ਵਾਰਮ ਵੈਲਕਮ ਟੂ ਆਲ ਮਾਈ ਵਿਊਵਰਸ। ਅੱਜ ਅਸੀਂ ਜਿਹੜਾ ਇੱਕ ਸੈਸ਼ਨ ਸਟਾਰਟ ਕੀਤਾ ਹੋਇਆ ਸੀ ਕੰਟਰੀਬਿਊਸ਼ਨ ਆਫ ਦੀ ਸਿੱਖਨਿਜ਼ਮ ਸਿਕਸ ਗੁਰੂਜ਼ ਫਰੋਮ ਟੂ ਦੀ ਗੁਰੂ ਅੰਗਦ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਪਾਰਟ ਸੈਕਿੰਡ, ਕਲਾਸ 10th PSEB ਬੋਰਡ ਦਾ ਸੋਸ਼ਲ ਸਟੱਡੀਜ਼ ਦੀ ਹਿਸਟਰੀ ਪਾਰਟ ਦੇ ਵਿੱਚ ਚੱਕਿਆ ਸੀ। ਉਸ ਟੌਪਿਕ ਦੇ ਅੱਜ ਅਸੀਂ ਕੀ ਕਰਨੇ ਆ, ਜਿਹੜੇ ਸ਼ਾਰਟ ਕੁਐਸਚਨ ਆਨਸਰ ਨੇ ਇੰਪੋਰਟੈਂਟ ਨੇ, ਜਸਟ ਅਸੀਂ ਉਹੀ ਡਿਸਕਸ ਕਰਾਂਗੇ ਅੱਜ ਦੇ ਸੈਸ਼ਨ ਦੇ ਵਿੱਚ। ਜਿਹੜਾ ਹੈ ਉਹ ਜਸਟ ਮੈਂ ਐਕਸਪਲੇਨ ਕਰੂੰਗਾ ਵੀ ਇਹ ਕੁਐਸਚਨਸ ਦਾ ਕੀ ਆ। ਸਾਰੇ ਬੱਚੇ ਜਿਹੜੇ ਕੁਐਸਚਨਸ ਦੇ ਆਨਸਰਸ ਨੇ ਉਹ ਤੁਸੀਂ ਉੱਥੇ ਨੋਟ ਡਾਊਨ ਕਰ ਸਕਦੇ ਹੋ ਵੀਡੀਓਜ਼ ਤੋਂ ਦੇਖ ਕੇ। ਜਸਟ ਮੈਂ ਇਹ ਕੁਐਸਚਨ ਨੂੰ ਪ੍ਰੋਪਰ ਐਕਸਪਲੇਨ ਕਰੂੰਗਾ, ਹੈ ਨਾ, ਵੀ ਲਾਈਨ ਟੂ ਲਾਈਨ ਹੀ ਐਕਸਪਲੇਨ ਕਰੂੰਗਾ। ਜਸਟ ਤੁਹਾਨੂੰ ਪ੍ਰੋਪਰ ਜਿਹੜੀਆਂ ਉਹਦੇ ਵਿੱਚ ਦੱਸਿਆ ਗਿਆ ਵਾ ਕੁਐਸਚਨਸ ਦੇ ਵਿੱਚ ਉਹ ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਤੁਹਾਡੇ ਮਾਈਂਡ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ। ਠੀਕ ਹੈ, ਤੁਸੀਂ ਵੀ ਟਰਾਈ ਕਰਨਾ ਵੀ ਇਸੇ ਤਰੀਕੇ ਨਾਲ ਸਮਝੋ। ਠੀਕ ਹੈ, ਅਤੇ ਕੁਐਸਚਨ ਆਨਸਰਸ ਨੂੰ ਆਪਣੇ ਆਪ ਲਿਖਣ ਦੀ ਕੋਸ਼ਿਸ਼ ਕਰਿਆ ਕਰੋ। ਜਸਟ ਤੁਸੀਂ ਉਸ ਚੀਜ਼ ਨੂੰ ਰਿਮੈਂਬਰ ਰੱਖੋ, ਦੈਨ ਫਿਰ ਤੁਸੀਂ ਉਹਨੂੰ ਆਪਣੇ ਆਪ ਹੀ ਰਾਈਟ ਡਾਊਨ ਕਰੋ ਆਪਣੀ ਲੈਂਗੁਏਜ ਦੇ ਵਿੱਚ ਜਾਂ ਆਪਣੇ ਵੇਜ਼ ਦੇ ਥਰੂ। ਤਾਂ ਇਸ ਚੀਜ਼ਾਂ ਤੁਹਾਡੀ ਕਿਨੇ ਇਨਕਰੀਜ਼ ਕਰਨਗੀਆਂ ਤੁਹਾਡੀ ਮਾਰਕਸ ਦੇ ਵਿੱਚ। ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਦੇਖੋ ਜਿਹੜਾ ਫਸਟ ਕੁਐਸਚਨ ਕੀ ਕਹਿੰਦਾ ਮੈਨੂੰ, ਦੀ ਫਸਟ ਕੁਐਸਚਨ ਵਾਜ਼ ਵੀ ਡਿਸਕ੍ਰਾਈਬ ਦੀ ਬੌਲੀ ਸਾਹਿਬ ਆਫ ਦੀ ਵਾਟਰ ਰਿਸੋਰਸ ਆਫ ਟੂ ਦੀ ਗੋਬਿੰਦਵਾਲ ਸਾਹਿਬ। ਵੀ ਜਿਹੜੀ ਬੌਲੀ ਸਾਹਿਬ ਬਣਾਈ ਗਈ ਸੀ, ਜਾਣੀ ਕਿ ਇੱਕ ਸਰੋਵਰ ਬਣਾਇਆ ਗਿਆ ਸੀਗਾ ਗੋਬਿੰਦਵਾਲ ਦੇ ਵਿਖੇ, ਉਹਦੇ ਬਾਰੇ ਤੁਸੀਂ ਡਿਸਕ੍ਰਾਈਬ ਕਰਨਾ ਵਾ। ਅੱਛਾ, ਜਿਹੜੇ ਸਟੂਡੈਂਟ ਪਹਿਲੀ ਵਾਰ ਇੱਥੇ ਆਏ ਨੇ ਤਾਂ ਮੈਂ ਜਿਹੜਾ ਫਸਟ ਸੈਸ਼ਨ ਬਣਾਇਆ ਵਾ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰਗਾ, ਅਤੇ ਤੁਸੀਂ ਉੱਥੋਂ ਜਾ ਕੇ ਵੀ ਇਹ ਚੀਜ਼ਾਂ ਨੋਟ ਡਾਊਨ ਕਰ ਸਕਦੇ ਹੋ। ਸਟਾਰਟ ਕਰਦੇ ਹਾਂ। ਦੇਖੋ ਜਿਹੜੀ ਬੌਲੀ ਸਾਹਿਬ ਸੀਗੀ, ਜਾਣੀ ਕਿ ਇਸਦਾ ਭਾਵ ਕੀ ਸੀਗਾ ਵੀ ਇੱਕ ਨੀਂਹ ਪੱਥਰ ਰੱਖਿਆ ਗਿਆ ਸੀਗਾ ਗੁਰੂ ਅੰਗਦ ਦੇਵ ਜੀ ਦੁਆਰਾ, ਜਿਹੜੇ ਕਿ ਦੂਸਰੇ ਗੁਰੂ ਜੀ ਸੀਗੇ। ਨੀਂਹ ਪੱਥਰ ਗੁਰੂ ਅੰਗਦ ਦੇਵ ਜੀ ਦੇ ਪੀਰੀਅਡ ਸਟਾਰਟ ਹੋਇਆ ਸੀ, ਬਟ ਉਹਨੂੰ ਕੰਪਲੀਟ ਕਰਵਾਇਆ ਸੀ ਗੁਰੂ ਅਮਰਦਾਸ ਜੀ ਨੇ। ਠੀਕ ਹੈ ਜੀ, ਉਹਨੂੰ ਪੂਰਾ ਕੰਪਲੀਟ ਕਰਵਾਇਆ ਸੀਗਾ। ਇਹਦੀ ਜਿਹੜੀ ਕੰਸਟਰਕਸ਼ਨ ਸੀਗੀ ਉਹਨੂੰ ਸਟਾਰਟ ਕਰਨ ਦੇ ਲਈ ਜਿਹੜੇ ਗੁਰੂ ਅਮਰਦਾਸ ਜੀ ਸੀਗੇ ਉਹਨਾਂ ਨੇ ਵੀ ਸਿਰਫ 34 ਜਿਹੜੇ ਸਟੈਪਸ ਸੀਗੇ ਬੌਲੀ ਸਾਹਿਬ ਦੇ ਉਹ ਤਿਆਰ ਕਰਵਾਏ ਸੀ। ਬਾਕੀ ਜਿਹੜੇ ਸੀਗੇ ਉਹ ਸਾਡੇ ਚੌਥੇ ਗੁਰੂ ਸਾਹਿਬ ਜੀ ਜਿਹੜੇ ਸੀਗੇ ਉਹਨਾਂ ਦੁਆਰਾ ਉਹ ਪੂਰੇ ਕੰਪਲੀਟ ਕਰਵਾਏ ਗਏ ਸੀਗੇ। ਅਤੇ ਉਸੇ ਤਰੀਕੇ ਨਾਲ ਉਹਦੀ ਪੂਰੀ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਜਿਹੜੀਆਂ 84 ਪੌੜੀਆਂ ਸੀਗੀਆਂ, ਜਾਣੀ ਕਿ 84 ਜਿਹੜੇ ਸਟੈਪਸ ਸੀਗੇ ਉਹ ਕੰਪਲੀਟ ਕਰਵਾਏ ਗਏ। ਅਤੇ ਗੁਰੂ ਸਾਹਿਬ ਜੀ ਨੇ ਇੱਕ ਵਚਨ ਦਿੱਤਾ ਸੀਗਾ ਆਪਣੇ, ਜਾਂ ਕਹਿ ਦਿਓ ਵੀ ਇੱਕ ਤਰ੍ਹਾਂ ਦਾ ਵਰਦਾਨ ਦਿੱਤਾ ਸੀਗਾ। ਉਹਨਾਂ ਨੇ ਕਿਹਾ ਵੀ ਜਿਹੜੇ ਵੀ ਸਿੱਖ ਫੋਲੋਅਰਸ ਜਿਹੜੇ ਕਿ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋਏ, ਡਿਵੋਟਸ ਕਰਦੇ ਹੋਏ 84 ਜਿਹੜੇ ਸਟੈਪਸ ਨੇ ਉਹਨੂੰ ਕੰਪਲੀਟ ਕਰਨਗੇ ਤਾਂ ਉਹ ਫ੍ਰੀ ਹੋ ਜਾਣਗੇ। ਇੱਕ ਸਰਕਲ ਦੇ ਵਿੱਚ ਜਿਹੜਾ ਜਨਮ ਮਰਨ ਦਾ ਚੱਕਰ ਆ ਉਹਦੇ ਵਿੱਚ ਉਹ ਕੰਪਲੀਟ ਹੋ ਜਾਣਗੇ, ਅਤੇ ਉਹ ਜਿਹੜੇ 84 ਲੱਖ ਜੂਨੀਆਂ ਨੇ ਉਹਨਾਂ ਤੋਂ ਵੀ ਉਹ ਬਚ ਜਾਣਗੇ। ਤਾਂ ਇਹ ਇਸ ਤਰੀਕੇ ਨਾਲ ਉਹ ਕੀ ਹੈ, ਇੱਕ ਮੋਕਸ਼ ਜਾਂ ਤੁਸੀਂ ਕਹਿ ਦਿਓ ਇੱਕ ਸੈਲੀਬ੍ਰੇਸ਼ਨਸ, ਜਾਣੀ ਕਿ ਇੱਕ ਜਾਣੀ ਕਿ ਰੱਬ ਨੂੰ ਪਾ ਸਕਦੇ ਹੋ, ਜਾਂ ਤੁਸੀਂ ਕਹਿ ਸਕਦੇ ਹੋ ਵੀ ਆਪਣਾ ਰੱਬ ਨੂੰ ਅਚੀਵ ਕਰ ਸਕਦੇ ਹੋ, ਮੋਕਸ਼ ਪ੍ਰਾਪਤ ਕਰ ਸਕਦੇ ਹੋ। ਜਿਹੜੇ ਹਿੰਦੂ ਭੂਸ਼ਣ ਬੈਨਰਜੀ ਸੀਗੇ ਉਹਨਾਂ ਨੇ ਵੀ ਕਿਹਾ ਵੀ ਜਿਹੜੀ ਬੌਲੀ ਸਾਹਿਬ ਸੀਗੀ ਇਹਨੇ ਇੱਕ ਸਿਗਨੀਫਿਕੈਂਟ ਰੋਲ ਪਲੇ ਕੀਤਾ ਸੀਗਾ ਉਸ ਸਮੇਂ ਦੇ ਸਿੱਖ ਇਤਿਹਾਸ ਦੇ ਉੱਤੇ। ਅਤੇ ਬੌਲੀ ਸਾਹਿਬ ਜਿਹੜੀ ਗੋਬਿੰਦਵਾਲ ਦੇ ਵਿੱਚ ਬਿਕਮ ਹੋਈ ਹੈ ਇੱਕ ਪ੍ਰੋਪਰ, ਜਾਂ ਤੁਸੀਂ ਕਹਿ ਦਿਓ ਪੋਪੂਲਰ ਪਲੇਸ ਬਣ ਗਈ ਸੀ ਪਹਿਲੇ ਵਿੱਚ, ਜਾਣੀ ਕਿ ਇੱਕ ਤੀਰਥ ਸਥਾਨ ਬਣ ਗਿਆ ਸੀ ਸਿੱਖਾਂ ਦਾ। ਅਤੇ ਇੱਥੇ ਗੁਰਦੁਆਰਾ ਬੌਲੀ ਸਾਹਿਬ ਵੀ ਬਣਾਇਆ ਗਿਆ ਵਾ, ਅਤੇ ਦੂਰੋਂ ਦੂਰੋਂ ਲੋਕ ਇਹਨਾਂ ਦੇ ਦਰਸ਼ਨ ਕਰਨ ਆਉਂਦੇ ਆ। ਅਤੇ ਇਹ 84 ਇਹ ਯਾਦ ਰੱਖਣਾ ਵੀ 84 ਸਟੈਪਸ ਕਿੱਥੇ ਸੀਗੇ, ਗੋਬਿੰਦਵਾਲ ਦੇ ਵਿੱਚ ਸੀਗੇ। ਕਿਹਨਾਂ ਨੇ ਸਟਾਰਟ ਕਰਵਾਇਆ ਸੀ? ਗੁਰੂ ਅੰਗਦ ਦੇਵ ਜੀ ਨੇ ਸਟਾਰਟ ਕਰਵਾਇਆ ਸੀ, ਬਟ ਉਹਨੂੰ ਕੰਪਲੀਟ ਕਰਵਾਇਆ ਸੀ ਗੁਰੂ ਅਮਰਦਾਸ ਜੀ ਜਿਹੜੇ ਕਿ ਤੀਜੇ ਗੁਰੂ ਸੀਗੇ ਸਿੱਖਾਂ ਦੇ। ਅਤੇ ਉਹਨਾਂ ਨੇ ਜਿਹੜੇ ਫਰਮਾਨ ਦਿੱਤਾ ਸੀਗਾ ਉਹਦੇ ਬਾਰੇ ਵੀ ਤੁਸੀਂ ਯਾਦ ਰੱਖਣਾ। ਸਟਾਰਟ ਕਰਦੇ ਹਾਂ ਹੁਣ ਅਗਲਾ ਕੁਐਸਚਨ ਨੂੰ। ਦੇਖੋ ਕੀ ਆ, ਵਟ ਆਰ ਦੀ ਮੀਨਿੰਗ ਆਫ ਟੂ ਦੀ ਮੰਜੀ ਸਿਸਟਮ ਐਂਡ ਵਾਈ ਇਟ ਵਾਸ ਦੀ ਸਟਾਰਟਡ। ਹੁਣ ਸਭ ਤੋਂ ਪਹਿਲਾਂ ਮੰਜੀ ਸਿਸਟਮ ਹੈ ਕੀ ਸੀ ਅਤੇ ਇਹਦੇ ਕੀ ਉਦੇਸ਼ ਸੀਗੇ। ਹੁਣ ਜੋ ਗੱਲ ਕਰੀਏ ਮੰਜੀ ਸਿਸਟਮ ਜਿਹੜਾ ਸੀਗਾ ਉਹ ਥਰਡ ਗੁਰੂ ਸਾਹਿਬਾਨ ਜਿਹੜੇ ਸੀਗੇ ਗੁਰੂ ਅਮਰਦਾਸ ਜੀ ਦੁਆਰਾ ਕੀ ਕੀਤਾ ਗਿਆ ਸੀਗਾ, ਸਟਾਰਟ ਕੀਤਾ ਗਿਆ ਸੀ। ਇਹ ਤੁਸੀਂ ਯਾਦ ਰੱਖਣਾ, ਗੁਰੂ ਅਮਰਦਾਸ ਜੀ ਦੁਆਰਾ ਸਟਾਰਟ ਕੀਤਾ ਗਿਆ ਸੀ। ਇਹਦੇ ਨਾਲ ਕੀ ਹੋਇਆ ਵੀ ਜਿਹੜੇ ਗੁਰੂ ਜੀ ਦੇ ਫੋਲੋਅਰ ਸੀਗੇ ਉਹ ਕਾਫੀ ਜ਼ਿਆਦਾ ਇਨਕਰੀਜ਼ ਹੋਏ ਸੀਗੇ ਉਸ ਟਾਈਮ ਗੁਰੂ ਅਮਰਦਾਸ ਜੀ ਦੇ। ਗੁਰੂ ਅਮਰਦਾਸ ਜੀ ਜਿਹੜੇ ਸੀਗੇ ਉਹ ਕਾਫੀ ਜ਼ਿਆਦਾ ਕੀ ਹੋ ਚੁੱਕੇ ਸੀ, ਓਲਡ ਸੀਗੇ, ਅਤੇ ਉਹਨਾਂ ਨੂੰ ਕਾਫੀ ਡਿਫੀਕਲਟੀ ਹੁੰਦੀ ਸੀਗੀ ਵੀ ਆਪਣੇ ਜਿਹੜੇ ਥਾਟਸ ਨੇ ਜਾਂ ਆਪਣੇ ਜਿਹੜੇ ਵਿਚਾਰ ਨੇ ਉਹ ਲੋਕਾਂ ਤੱਕ ਪਹੁੰਚਾਉਣਾ। ਤਾਂ ਕਰਕੇ ਉਹਨਾਂ ਨੇ ਕੀ ਕੀਤਾ ਵੀ ਜਿਹੜਾ ਸਿੱਖ ਧਰਮ ਸੀ ਜਾਂ ਜਿਹੜਾ ਸਿੱਖ ਅੰਪਾਇਰ ਸੀਗਾ ਉਹਨੂੰ ਡਿਵਾਈਡ ਕੀਤਾ ਗਿਆ ਥੋੜ੍ਹੇ ਥੋੜ੍ਹੇ ਹਿੱਸਿਆਂ ਦੇ ਵਿੱਚ, ਛੋਟੇ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। ਅਤੇ ਉਹਨਾਂ ਨੂੰ 22 ਜਿਹੜੇ ਰੀਜ਼ਨਸ ਦੇ ਵਿੱਚ ਡਿਵਾਈਡ ਕੀਤਾ ਗਿਆ। ਉਸ ਸਮੇਂ ਦੇ ਜਿਹੜਾ ਗੁਰੂ ਸਾਹਿਬ ਜੀ ਸੀਗੇ ਉਹਨਾਂ ਨੇ ਆਪਣਾ ਜਿਹੜਾ ਪੂਰਾ ਅੰਪਾਇਰ ਸੀ ਉਹਨੂੰ 22 ਰੀਜ਼ਨਸ ਦੇ ਵਿੱਚ, ਇਹ ਯਾਦ ਰੱਖਣਾ 22 ਰੀਜ਼ਨਸ ਦੇ ਵਿੱਚ ਉਹਨੂੰ ਡਿਵਾਈਡ ਕੀਤਾ ਗਿਆ, ਜਿਹਦਾ ਨਾਮ ਕੀ ਰੱਖਿਆ ਗਿਆ, ਮੰਜਾਸ। ਇਹਨਾਂ ਨੂੰ ਮੰਜਾ ਰੱਖਿਆ ਗਿਆ। ਅਤੇ ਮੰਜੀ ਜੀ ਜਿਹੜੇ ਸੀਗੇ ਇਹਨਾਂ ਨੂੰ ਫਰਦਰ ਫਿਰ ਡਿਵਾਈਡ ਕੀਤਾ ਗਿਆ ਸੀਗਾ। ਹੁਣ ਯਾਦ ਰੱਖਣਾ, ਪਹਿਲਾਂ ਤਾਂ ਇਹਨਾਂ ਨੂੰ ਮੰਜਿਆਂ ਦੇ ਵਿੱਚ ਡਿਵਾਈਡ ਕੀਤਾ ਗਿਆ ਛੋਟੇ ਛੋਟੇ ਹਿੱਸਿਆਂ ਦੇ ਵਿੱਚ, ਫਿਰ ਉਹਨਾਂ ਨੂੰ ਵੀ ਸਬ ਡਿਵਾਈਡ ਕੀਤਾ ਗਿਆ ਜਿਹਨੂੰ ਪੀੜਸ ਜਾਂ ਪੌੜੀ ਕਿਹਾ ਗਿਆ ਵਾ। ਇੱਥੇ ਵੈਸੇ ਸਪੈਲਿੰਗ ਗਲਤ ਹੋ ਗਏ, ਇੱਥੇ ਆਊਗਾ ਪੀੜਸ ਜਾਂ ਕਹਿ ਦਿਓ ਪੌੜੀਆਂ, ਹੈ ਨਾ, ਵੀ ਪੌੜੀਆਂ
ਜਾਣੀ ਕਿ ਸਟੈਪਸ ਦੇ ਵਿੱਚ ਉਹਨਾਂ ਨੂੰ ਡਿਵਾਈਡ ਕੀਤਾ ਗਿਆ। ਜਿਹੜੀ ਮੰਸਲ ਸਿਸਟਮ ਸੀਗਾ ਉਹ ਇੱਕ ਸਿਗਨੀਫੀਕੈਂਸ ਹਿਸਟਰੀ ਦੇ ਵਿੱਚ, ਜਾਣੀ ਕਿ ਉਹ ਇੱਕ ਹਿਸਟਰੀ ਦਾ ਪਾਰਟ ਬਣ ਚੁੱਕੀ ਸੀਗੀ ਇੰਡੀਆ ਪੰਜਾਬ ਦੀ, ਜਿਹਦੇ ਵਿੱਚ ਗੁਰੂ ਸਾਹਿਬਾਨ ਜੀ ਨੇ ਜਿਹੜਾ ਆਪਣਾ ਸਿੱਖ ਧਰਮ ਸੀਗਾ ਉਹਨੂੰ ਪ੍ਰਚਾਰ ਕਰਨਾ ਸਟਾਰਟ ਕੀਤਾ। ਇੱਕ ਡਾਕਟਰ ਜੀ.ਸੀ. ਨਾਰੰਗ ਸੇ ਕਹਿੰਦੇ ਸੀਗੇ ਵੀ ਜਿਹੜਾ ਵਰਕ ਆਫ ਗੁਰੂ ਸਾਹਿਬ ਜੀ ਸੀਗਾ, ਹੁਣ ਉਹ ਫਾਊਂਡੇਸ਼ਨ, ਜਾਣੀ ਕਿ ਇਹ ਇੱਕ ਫਾਊਂਡੇਸ਼ਨ ਦਾ ਕੰਮ ਕੀਤਾ ਸਿੱਖ ਧਰਮ ਦੇ ਵਿੱਚ, ਤੇ ਇਹਨੇ ਹੈਲਪ ਕੀਤੀ ਗੁਰੂ ਜੀ ਦੀਆਂ ਟੀਚਿੰਗਸ ਨੂੰ ਪੂਰੇ ਹੋਲ ਓਵਰ ਕੰਟਰੀ ਤੱਕ ਪਹੁੰਚਾਉਣ ਦੇ ਲਈ। ਤਾਂ ਹੁਣ ਆਈ ਹੋਪ ਤੁਹਾਨੂੰ ਸਮਝ ਆਇਆ ਹੋਊ। ਇਹਦਾ ਮਤਲਬ ਕੀ ਸੀ, ਯਾਦ ਰੱਖਣਾ ਵੀ ਮੰਜੀ ਸਿਸਟਮ ਕੀ ਸੀਗਾ। 22 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਗੁਰੂ ਜੀ ਦੁਆਰਾ। ਗੁਰੂ ਅਮਰਦਾਸ ਜੀ ਕਾਫੀ ਜ਼ਿਆਦਾ ਓਲਡ ਹੋ ਚੁੱਕੇ ਸੀ, ਯਾਨੀ ਕਿ ਕਾਫੀ ਬੁੜੇ ਹੋ ਚੁੱਕੇ ਸੀਗੇ। ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਜਾਣਾ ਕਾਫੀ ਜ਼ਿਆਦਾ ਦਿੱਕਤ ਆਉਂਦੀ ਸੀ, ਤਾਂ ਕਰਕੇ ਉਹਨਾਂ ਨੇ ਕੀ ਕੀਤਾ, ਆਪਣੇ ਹੋਲ ਅੰਪਾਇਰ ਨੂੰ 22 ਪਾਰਟਸ ਦੇ ਵਿੱਚ ਡਿਵਾਈਡ ਕੀਤਾ, ਜਿਹਨੂੰ ਮੰਜਾਸ ਦਾ ਨਾਮ ਦਿੱਤਾ ਗਿਆ। ਫਿਰ ਉਹ ਅੱਗੇ ਫਰਦਰ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਹੋਏ, ਜਿਹਨੂੰ ਪੀੜ੍ਹੀਆਂ ਦਾ ਨਾਮ ਦਿੱਤਾ ਗਿਆ, ਤਾਂ ਜੋ ਕੀ ਆ ਵੀ ਉਹ ਅੱਗੇ ਜਾ ਕੇ, ਜਾਣੀ ਕਿ ਉਹ ਲੋਅਰ ਲੈਵਲ ਤੱਕ ਪਹੁੰਚਦੇ ਸੀ। ਫਿਰ ਉੱਥੋਂ ਜਿਹੜੀਆਂ ਅੱਗੇ ਇਨਫੋਰਮੇਸ਼ਨ ਸੀਗੀਆਂ ਉਹ ਉੱਪਰ ਪਹੁੰਚਦੀਆਂ ਸੀਗੀਆਂ ਮੰਜੀਸ ਕੋਲ, ਅਤੇ ਮੰਜੀਸ ਜਿਹੜੀਆਂ ਸੀਗੀਆਂ ਉਹ ਗੁਰੂ ਸਾਹਿਬਾਨ ਜੀ ਨੂੰ ਫਰਮਾਨ ਦਿੰਦੇ ਸੀ, ਅਤੇ ਗੁਰੂ ਜੀ ਜਿਹੜੇ ਸੀ ਆਪਣੇ ਫਰਮਾਨ ਜਿਹੜੇ ਸੀ ਇਹਨਾਂ ਦੁਆਰਾ ਜਾ ਕੇ ਕਾਮਨ ਲੋਕਾਂ ਤੱਕ ਪਹੁੰਚਾਉਂਦੇ ਸੀ। ਤਾਂ ਇੱਕ ਵਧੀਆ ਰਿਸੋਰਸ ਬਣ ਚੁੱਕਿਆ ਸੀ ਉਸ ਸਮੇਂ ਦਾ, ਜਿਹਦੇ ਨਾਲ ਧਰਮ ਦਾ ਜਿਹੜਾ ਪ੍ਰਚਾਰ ਹੋਣਾ ਕਾਫੀ ਜ਼ਿਆਦਾ ਵੱਧ ਗਿਆ। ਉਸ ਤੋਂ ਬਾਅਦ ਹੈ ਰਾਈਟ ਅਬਾਊਟ ਟੂ ਦੀ ਫਾਊਂਡੇਸ਼ਨ ਆਫ ਦੀ ਅਮਰਦਾਸਪੁਰ ਔਰ ਅੰਮ੍ਰਿਤਸਰ। ਇਹ ਯਾਦ ਰੱਖਣਾ ਵੀ ਰਾਮਦਾਸਪੁਰਾ ਜਿਹੜਾ ਸੀਗਾ, ਜਾਂ ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀਗਾ, ਯਾਦ ਰੱਖਣਾ ਰਾਮਦਾਸਪੁਰ ਰੱਖਿਆ ਗਿਆ ਸੀਗਾ। ਇਹਦਾ ਨਾਮ ਇਹ ਕਿਉਂ ਰੱਖਿਆ ਗਿਆ, ਕਿਉਂਕਿ ਇਹ ਚੌਥੇ ਗੁਰੂ ਸਾਹਿਬ ਜੀ, ਜਾਣੀ ਕਿ ਗੁਰੂ ਰਾਮਦਾਸ ਜੀ ਦੁਆਰਾ ਇਹ ਜਿਹੜਾ ਨਗਰ ਸੀ ਜਾਂ ਸ਼ਹਿਰ ਸੀ, ਇਹਨੂੰ ਵਸਾਇਆ ਗਿਆ ਸੀਗਾ, ਅਤੇ ਇਸ ਸਿਟੀ ਨੂੰ ਹੁਣ ਅੱਜ ਦੇ ਨਾਮ ਦੇ ਨਾਲ ਅੰਮ੍ਰਿਤਸਰ ਦੇ ਨਾਮ ਨਾਲ ਜਾਣਿਆ ਜਾਂਦਾ ਵਾ। ਗੁਰੂ ਅਮਰਦਾਸ ਜੀ ਨੇ ਇਹਨਾਂ ਦੀ ਵਰਕਿੰਗ ਸਟਾਰਟ ਕਰਾਈ ਸੀ, ਡਿਗਿਟ ਕੀਤੀਆਂ ਸੀ, ਯਾਨੀ ਕਿ 2 ਸਰੋਵਰ ਬਣਾਏ ਸੀ, 2 ਪੌਂਡਸ ਬਣਾਏ ਸੀ, ਜਿਹਨੂੰ ਨਾਮ ਦਿੱਤਾ ਗਿਆ ਅੰਮ੍ਰਿਤਸਰ ਤੇ ਸੰਤੋਖਸਰ। ਯਾਦ ਰੱਖਣਾ ਕਦੋਂ ਦਿੱਤਾ ਸੀ, 1577 ਦੇ ਵਿੱਚ, ਯਾਨੀ ਕਿ 1577 ਦੇ ਵਿੱਚ ਇਹਨਾਂ ਨੂੰ ਨਾਮ ਦਿੱਤਾ ਗਿਆ। ਅਤੇ ਇਹ ਜਿਹੜੇ ਸੀਗੇ 2 ਪੌਂਡਸ ਤਿਆਰ ਕੀਤੇ ਗਏ। ਫਿਰ ਗੁਰੂ ਜੀ ਨੂੰ ਕਾਫੀ ਜ਼ਿਆਦਾ ਡਿਫੀਕਲਟੀਜ਼ ਆਉਂਦੀ ਸੀ ਉਹਨਾਂ ਦੇ ਉੱਤੇ ਵਰਕ ਨੂੰ ਚੈੱਕ ਕਰਨ ਦੇ ਵਿੱਚ, ਜਾਂ ਉਹਦੀ ਕੰਸਟਰਕਸ਼ਨ ਨੂੰ ਦੇਖਣ ਦੇ ਲਈ, ਕਿਉਂਕਿ ਉਹ ਗੋਬਿੰਦਵਾਲ ਦੇ ਵਿੱਚ ਵੀ ਕੰਸਟਰਕਸ਼ਨ ਜਿਹੜੀ ਸੀ ਉਹ ਸਟਾਰਟ ਕੀਤੀ ਸੀ, ਉਹਦੇ ਵਿੱਚ ਵੀ ਉਹ ਬਿਜ਼ੀ ਸੀਗੇ। ਤਾਂ ਗੁਰੂ ਸਾਹਿਬ ਜੀ ਨੇ ਡਿਸਾਈਡ ਕੀਤਾ ਵੀ ਉਹ ਆਪਣਾ ਜਿਹੜਾ ਕੈਂਪ ਆ ਉਹ ਜਿਹੜਾ ਅੰਮ੍ਰਿਤਸਰ ਦੇ ਕੋਲ ਜਿਹੜਾ ਵਾ ਇੱਕ ਏਰੀਆ ਦੇ ਵਿੱਚ, ਜਾਣੀ ਕਿ ਉਹ ਉੱਥੇ ਕੀ ਨੇ, ਉੱਥੇ ਇੱਕ ਡੇਰਾ ਲਾ ਲੈਣਗੇ, ਠੀਕ ਹੈ ਜੀ, ਤਾਂ ਜੋ ਕੀ ਆ ਉੱਥੇ ਉਹ ਆਪਣੇ ਲੋਕਾਂ ਨੂੰ ਜਿਹੜੇ ਉਹਨਾਂ ਨੂੰ ਮਿਲਣ ਆਉਣਗੇ ਉੱਥੇ ਰਹਿ ਸਕਦੇ ਨੇ, ਅਤੇ ਉਹਨਾਂ ਦੀਆਂ ਜਿਹੜੀਆਂ ਟਾਊਨਸ਼ਿਪ ਆ, ਜਾਣੀ ਕਿ ਉੱਥੇ ਆ ਕੇ ਹੁਣ ਇੱਕ ਟਾਊਨਸ਼ਿਪ ਵਿਕਸਿਤ ਕਰਨਾ ਸਟਾਰਟ ਕਰਤਾ ਸੀ। ਉਹਨਾਂ ਨੇ ਇੱਕ ਸ਼ਹਿਰ ਵਸਾਉਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਗੁਰੂ ਜੀ ਹੁਣ ਉੱਥੇ ਆਉਣ ਲੱਗ ਗਏ ਸੀ, ਤਾਂ ਉਹਨਾਂ ਦੀ ਸੰਗਤ ਵੀ ਉੱਥੇ ਆਉਣ ਲੱਗ ਗਈ ਸੀ ਉਹਨਾਂ ਦੇ ਵਚਨ ਸੁਣਨ ਦੇ ਲਈ। ਤਾਂ ਕਰਕੇ ਇੱਥੇ ਹੌਲੀ ਹੌਲੀ ਇੱਕ ਛੋਟਾ ਜਿਹਾ ਸ਼ਹਿਰ ਕ੍ਰੀਏਟ ਹੋ ਗਿਆ, ਜਿਹਨੂੰ ਨਾਮ ਦਿੱਤਾ ਗਿਆ, ਜਿਹਦਾ ਲਵਲੀ ਜਿਹਾ ਨਾਮ ਰੱਖਿਆ ਗਿਆ। ਕੀ ਰੱਖਿਆ ਗਿਆ, ਰਾਮਦਾਸਪੁਰ। ਇਹ ਯਾਦ ਰੱਖਣਾ ਵੀ ਫਿਰ ਉਹਦਾ ਨਾਮ ਕੀ ਰੱਖਿਆ ਗਿਆ, ਰਾਮਦਾਸਪੁਰ, ਉਸ ਸ਼ਹਿਰ ਦਾ ਨਾਮ ਰੱਖਿਆ ਗਿਆ। ਫਿਰ ਗੁਰੂ ਜੀ ਨੇ ਟਰਾਈਡ ਕੀਤੀ ਵੀ ਉਹ ਕੀ ਨੇ, ਹੋਰ ਜਿਹੜੇ ਉਹਦੇ ਫੋਲੋਅਰਸ ਨੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ, ਅਤੇ ਹੁਣ ਉੱਥੇ ਜਿਹੜਾ ਸੀ ਇੱਕ ਤਰ੍ਹਾਂ ਦਾ ਬਾਜ਼ਾਰ ਲੱਗਣ ਲੱਗ ਗਿਆ ਸੀ, ਜਿਹਨੂੰ ਇੱਕ ਸਮਾਲ ਮਾਰਕੀਟ ਦਾ ਨਾਮ ਦਿੱਤਾ ਗਿਆ। ਬਾਅਦ ਵਿੱਚ ਉਹਨੂੰ ਕੀ ਕਿਹਾ ਗਿਆ, ਮਾਰਕੀਟ ਆਫ ਗੁਰੂ ਜੀ ਜਾਂ ਗੁਰੂ ਕਾ ਬਾਜ਼ਾਰ, ਉਹਦਾ ਨਾਮ ਦਿੱਤਾ ਗਿਆ ਸੀ। ਹੁਣ ਪੁੱਛ ਲਵੇ ਉੱਥੋਂ ਤੋਂ ਕਰੀ ਕੁਐਸਚਨ ਦੇ ਵਿੱਚ ਵੀ ਗੁਰੂ ਕਾ ਬਾਜ਼ਾਰ ਜਾਂ ਮਾਰਕੀਟ ਆਫ ਗੁਰੂ ਜੀ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਵਾ, ਤਾਂ ਯਾਦ ਰੱਖਣਾ ਅੰਮ੍ਰਿਤਸਰ ਨੂੰ ਕਿਹਾ ਗਿਆ ਸੀ। ਕਦੋਂ ਵਸਾਇਆ ਗਿਆ ਸੀ, 1577 ਦੇ ਵਿੱਚ। ਅਤੇ ਇਹਦੇ ਵਿੱਚ 2 ਜਿਹੜੇ ਪੌਂਡਸ ਗੁਰੂ ਜੀ ਨੇ ਡਗ ਕਰਵਾਏ ਸੀਗੇ, ਕਿਹੜੇ ਕਿਹੜੇ ਸੀਗੇ, ਇੱਕ ਅੰਮ੍ਰਿਤਸਰ ਅਤੇ ਇੱਕ ਸੰਤੋਖਸਰ, ਇਹ 2 ਰਖਵਾਏ ਗਏ ਸੀ। ਫਿਰ ਇਸ ਤੋਂ ਬਾਅਦ ਜਿਹੜਾ ਹੌਲੀ ਹੌਲੀ ਜਿਹੜਾ ਇੱਥੇ ਦੀ ਡਿਵੈਲਪਮੈਂਟ ਹੋਣੀ ਕਾਫੀ ਜ਼ਿਆਦਾ ਸ਼ੁਰੂ ਹੋਈ, ਅਤੇ ਇੱਕ ਤੀਰਥ ਸਥਾਨ ਵੀ ਬਣ ਗਿਆ, ਅਤੇ ਇੱਕ ਟ੍ਰੇਨਿੰਗ ਸੈਂਟਰ ਵੀ ਬਣ ਗਿਆ ਸੀ ਸਿੱਖਾਂ ਦਾ, ਅਤੇ ਹੌਲੀ ਹੌਲੀ ਇਹਦੀ ਗਰੋਥ ਹੋਰ ਵੀ ਜ਼ਿਆਦਾ ਵਧਣ ਲੱਗੀ, ਅਤੇ ਇਹ ਸਿੱਖ ਰਿਲੀਜਨ ਦੇ ਵਿੱਚ ਇੱਕ ਵਧੀਆ, ਜਾਂ ਤੁਸੀਂ ਕਹਿ ਦਿਓ ਵੀ ਇੱਕ ਮੇਨ ਪਾਰਟ ਬਣ ਕੇ ਨਿਕਲਿਆ ਸਿੱਖ ਧਰਮ ਦੇ ਲਈ ਉਹ ਏਰੀਆ। ਉਸ ਤੋਂ ਬਾਅਦ ਹੈ ਰਾਈਟ ਅਬਾਊਟ ਟੂ ਦੀ ਹਰਿਮੰਦਰ ਸਾਹਿਬ। ਹੁਣ ਸਭ ਨੂੰ ਪਤਾ ਵੀ ਹਰਿਮੰਦਰ ਸਾਹਿਬ ਕਿੱਥੇ ਸਿਚੁਏਟਡ ਆ, ਉਹ ਤੁਸੀਂ ਮੈਨੂੰ ਦੱਸਣਾ ਵਾ ਕਮੈਂਟ ਬਾਕਸ ਦੇ ਵਿੱਚ ਵੀ ਵੇਅਰ ਇਜ਼ ਦੀ ਹਰਿਮੰਦਰ ਸਾਹਿਬ ਇਜ਼ ਸਿਚੁਏਟਡ। we know that about this, the great pilgrimage of the Sikh, we all know that, so you must be a comment on my comment box where is the Shri Harmandir Sahib is situated। ਐਂਡ ਨੈਕਸਟ ਗੁਰੂ ਅਰਜਨ ਦੇਵ ਜੀ ਜਿਹੜੇ ਸੀਗੇ, ਯਾਦ ਰੱਖਣਾ ਵੀ 5ਵੇਂ ਗੁਰੂ ਸਾਹਿਬ ਜੀ ਨੇ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਜਿਹੜਾ ਸੀਗਾ ਉਹਦੇ ਸੈਂਟਰ ਦੇ ਵਿੱਚ ਇੱਕ ਕੀ ਬਣਾਇਆ, ਇੱਕ ਸਰੋਵਰ ਬਣਾਇਆ, ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਸੀਗਾ, ਜਿਹੜਾ ਕਿ ਫਾਈਨਲੀ ਇੱਕ ਯੂਨੀਅਨ ਬਣ ਗਿਆ ਸੀ, ਜਿਹੜਾ ਕਿ ਗੁਰੂ ਰਾਮਦਾਸ ਜੀ ਦੁਆਰਾ ਸਟਾਰਟ ਕੀਤਾ ਗਿਆ ਸੀ, ਅਤੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਸੀ ਉਹਨੂੰ ਅੱਗੇ ਵਧਾਉਣ ਦੇ ਲਈ। ਇੱਥੇ ਇਹਦਾ ਜਿਹੜਾ ਨੀਂਹ ਪੱਥਰ ਸੀਗਾ ਹਰਿਮੰਦਰ ਸਾਹਿਬ ਜੀ ਦਾ, ਉਹ ਕਿਹਨਾਂ ਨੇ ਰਖਵਾਇਆ ਸੀਗਾ, ਮੀਆਂ ਮੀਰ ਜੀ ਤੋਂ। ਇਹ ਯਾਦ ਰੱਖਣਾ ਵੀ ਸੂਫੀ ਫਕੀਰ ਸੀਗੇ ਉਸ ਸਮੇਂ ਦੇ, ਉਹਨਾਂ ਤੋਂ ਨੀਂਹ ਪੱਥਰ ਰਖਵਾਇਆ ਗਿਆ ਸੀਗਾ ਹਰਿਮੰਦਰ ਸਾਹਿਬ ਦਾ। ਕਦੋਂ ਰਖਵਾਇਆ ਸੀ, 1589 ਦੇ ਵਿੱਚ, ਯਾਨੀ ਕਿ 1599 ਈਸਵੀ ਦੇ ਵਿੱਚ ਇੱਕ ਸੂਫੀ ਫਕੀਰ ਜਿਹੜੇ ਸੀਗੇ ਮੀਆਂ ਮੀਰ ਜੀ ਤੋਂ ਇਸ ਚੀਜ਼ ਦਾ ਨੀਂਹ ਪੱਥਰ ਰਖਵਾਇਆ ਗਿਆ। ਅਤੇ ਗੁਰੂ ਸਾਹਿਬ ਜੀ ਨੇ ਇਹਦੀ ਜਿਹੜੀ ਕੰਸਟਰਕਸ਼ਨ ਸੀਗੀਆਂ ਉਹਦੇ ਵਿੱਚ ਕਿੰਨੇ 4 ਡਾਇਰੈਕਸ਼ਨ ਦੇ ਵਿੱਚ 4 ਡੋਰਸ ਬਣਵਾਏ ਸੀ ਹਰਿਮੰਦਰ ਸਾਹਿਬ ਦੇ ਵਿੱਚ। ਇਹ ਪੁੱਛ ਲਿਆ ਜਾ ਸਕਦਾ ਵੀ ਹਾਊ ਮੈਨੀ ਡੋਰਸ ਆਰ ਇਨ ਦੀ ਹਰਿਮੰਦਰ ਸਾਹਿਬ ਦੀਆਂ 4 ਡੋਰਸ ਇਨ ਦੀਆਂ 4 ਡਾਇਰੈਕਸ਼ਨ, 4 ਡਾਇਰੈਕਸ਼ਨਾਂ ਦੇ ਵਿੱਚ ਹੀ 4 ਜਿਹੜੇ ਡੋਰ ਸੀਗੇ ਉਹ ਬਣਵਾਏ ਗਏ। ਇਹ
ਤਾਂ ਬਣਾਏ ਗਏ ਕਿਉਂਕਿ ਇਹ ਕੀ ਸੀਗਾ, ਕਿਉਂਕਿ ਇਹ ਇੱਕ ਧਾਰਮਿਕ ਸਥਾਨ ਬਣ ਚੁੱਕਿਆ ਸੀਗਾ ਹਰਿਮੰਦਰ ਸਾਹਿਬ, ਤਾਂ ਕਰਕੇ ਇਹਨਾਂ ਨੂੰ ਕੀ ਕਿਹਾ ਗਿਆ ਵੀ ਸਾਰੇ ਧਰਮ ਦੇ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਇਹਨਾਂ ਨੂੰ ਕੋਈ ਵੀ ਹਰਿਮੰਦਰ ਸਾਹਿਬ ਦੇ ਵਿੱਚ ਆ ਕੇ ਨਸਮਸਤਕ ਹੋ ਸਕਦਾ, ਯਾਨੀ ਕਿ ਉੱਥੇ ਆ ਕੇ ਮੱਥਾ ਟੇਕ ਸਕਦਾ। ਫਿਰ ਉਸ ਤੋਂ ਬਾਅਦ ਭਾਈ ਬੁੱਢਾ ਜੀ ਨੂੰ ਉੱਥੇ ਦਾ ਸੁਪਰਵਾਈਜ਼ਰ ਬਣਾਇਆ ਗਿਆ ਸੀਗਾ, ਜਿਨ੍ਹਾਂ ਨੇ ਪੂਰੇ ਵਰਕ ਦਾ ਟੇਕ ਕੇਅਰ ਦੇਖਿਆ ਵੀ ਕਿੰਨੀ ਕੰਸਟਰਕਸ਼ਨ ਹੋ ਗਈ ਕਿੰਨੀ ਰਹਿ ਗਈ। ਇਹ ਸਾਰੀਆਂ ਚੀਜ਼ਾਂ ਦੀ ਟੇਕ ਕੇਅਰ ਕਰਨ ਦੇ ਲਈ ਭਾਈ ਬੁੱਢਾ ਜੀ ਨੂੰ ਉੱਥੇ ਦਾ ਸੁਪਰਵਾਈਜ਼ਰ ਬਣਾਇਆ ਗਿਆ, ਤੇ ਉਹ ਪੂਰੀ ਕੰਸਟਰਕਸ਼ਨ ਨੂੰ ਦੇਖ ਰਹੇ ਸੀ ਜਦੋਂ ਤੱਕ ਉਹ ਹਰਿਮੰਦਰ ਸਾਹਿਬ ਕੰਪਲੀਟ ਨਹੀਂ ਹੋਇਆ। ਹਰਿਮੰਦਰ ਸਾਹਿਬ ਨੂੰ ਕੰਪਲੀਟ ਕੀਤਾ ਗਿਆ 1601 ਦੇ ਵਿੱਚ। ਇਹ ਯਾਦ ਰੱਖਣਾ ਵੀ ਕੰਪਲੀਟ ਕਦੋਂ ਹੋਇਆ ਸੀ, 1601 ਦੇ ਵਿੱਚ। ਤੇ ਇਹਨਾਂ ਦੀ ਸੁਪਰਵਿਜ਼ਨ ਲਈ ਕੌਣ ਲਗਾਏ ਗਏ ਸੀ, ਭਾਈ ਬੁੱਢਾ ਜੀ। ਤੇ ਇਹਨਾਂ ਦੀ ਨੀਂਹ ਪੱਥਰ ਕਿਹਨਾਂ ਰੱਖਿਆ ਸੀ, ਮੀਆਂ ਮੀਰ ਜੀ ਨੇ ਰੱਖਿਆ ਸੀ। ਇਹ ਤੁਸੀਂ ਯਾਦ ਰੱਖਣਾ। ਫਿਰ ਦੈਨ 1604 ਦੇ ਵਿੱਚ ਜਿਹੜਾ ਆਦਿ ਗ੍ਰੰਥ ਸੀਗਾ, ਯਾਨੀ ਕਿ ਜਿਹੜੇ ਸਾਡੇ 11ਵੇਂ ਪਾਤਸ਼ਾਹੀ ਨੇ, ਜਿਹਨਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਦਿੱਤਾ ਗਿਆ, ਆਦਿ ਗ੍ਰੰਥ ਜਿਹੜਾ ਉਹਨਾਂ ਦਾ ਪਹਿਲਾ ਨਾਮ ਸੀ। ਇਹ ਯਾਦ ਰੱਖਣਾ ਵੀ 1604 ਦੇ ਵਿੱਚ ਕੀ ਸੀਗਾ, 1614 ਦੇ ਵਿੱਚ 4 ਦੇ ਵਿੱਚ 1604 ਦੇ ਵਿੱਚ ਕੀ ਸੀਗਾ, ਆਦਿ ਗ੍ਰੰਥ ਜਿਹੜਾ ਸੀ ਉਹਨੂੰ ਸਟੈਬਲਿਸ਼ ਕੀਤਾ ਗਿਆ ਸੀਗਾ ਹਰਿਮੰਦਰ ਸਾਹਿਬ ਦੇ ਵਿੱਚ। ਭਾਈ ਬੁੱਢਾ ਜੀ ਨੂੰ ਉਹਨਾਂ ਦੇ ਫਸਟ ਅਪਾਇੰਟਡ ਕੀਤਾ ਗਿਆ ਸੀ, ਫਸਟ ਗ੍ਰੰਥੀ, ਯਾਨੀ ਕਿ ਫਸਟ ਪ੍ਰੇਸਟ ਜਿਹੜੇ ਸੀਗੇ ਪੰਡਤ, ਜਾਂ ਤੁਸੀਂ ਕਹਿ ਦਿਓ ਵੀ ਗ੍ਰੰਥੀ ਜਿਹੜੇ ਸੀਗੇ ਹਰਿਮੰਦਰ ਸਾਹਿਬ ਦੇ ਵਿੱਚ। ਕਿਹਨਾਂ ਨੂੰ ਥਾਪਿਆ ਗਿਆ ਸੀਗਾ, ਭਾਈ ਬੁੱਢਾ ਜੀ ਨੂੰ ਥਾਪਿਆ ਗਿਆ ਸੀ। ਇਹ ਯਾਦ ਰੱਖਣਾ ਵਾ। ਤੇ ਇਹ ਕੀ ਆਦਿ ਗ੍ਰੰਥ ਕਿਹਨਾਂ ਦਾ ਨਾਮ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਨਾਮ ਸੀਗਾ, ਜਿਹੜਾ ਕਿ 5ਵੇਂ ਪਾਤਸ਼ਾਹੀ ਜੀ ਨੇ ਸ਼ੁਰੂ ਕਰਵਾਇਆ ਸੀ, ਉਹਨੂੰ ਕੰਪਲੀਟ ਕਰਵਾਇਆ ਸੀ। ਤੇ ਮੂਰਲੇ ਜਿਹੜੇ 4 ਗੁਰੂ ਸਾਹਿਬਾਨ ਸੀਗੇ ਉਹਨਾਂ ਦੀਆਂ ਬਾਣੀਆਂ ਵੀ ਉਹਦੇ ਵਿੱਚ ਇਨਕਲੂਡ ਕੀਤੀਆਂ ਗਈਆਂ। ਕਈ ਸੂਫੀ ਫਕੀਰ ਦੀਆਂ ਵੀ ਬਾਣੀਆਂ ਜਿਹੜੀਆਂ ਸੀ ਉਹ ਇਨਕਲੂਡ ਕੀਤੀਆਂ ਗਈਆਂ, ਤਾਂ ਜੋ ਕੀ ਹੈ ਇੱਕ ਧਾਰਮਿਕ ਕਿਤਾਬ ਜਿਹੜੀ ਸੀ ਸਿੱਖਾਂ ਨੂੰ ਉਹ ਦੇ ਸਕਣ, ਤਾਂ ਜੋ ਕੀ ਆ ਉਹ ਡਾਇਰੈਕਸ਼ਨ ਦੇ ਸਕੇ ਜਾਂ ਉਹਨਾਂ ਨੂੰ ਰਸਤਾ ਦਿਖਾ ਸਕੇ ਜਦੋਂ ਉਹ ਭਟਕ ਜਾਣ। ਉਸ ਤੋਂ ਬਾਅਦ ਦੇਖੋ ਕੀ ਆ ਵੀ ਹਰਿਮੰਦਰ ਸਾਹਿਬ ਜਿਹੜਾ ਸੀਗਾ ਉਹ ਮੇਨ ਸੈਂਟਰ ਬਣ ਚੁੱਕਿਆ ਸੀਗਾ। ਤੀਰਥ ਸਥਾਨ ਕਿਹਦਾ ਬਣ ਗਿਆ ਸੀ, ਸਿੱਖਾਂ ਦਾ। ਅਕੋਰਡਿੰਗ ਟੂ ਇੱਕ ਸਕਾਲਰ ਦੇ ਦੁਆਰਾ ਦੱਸਿਆ ਗਿਆ ਵੀ ਦੇਖੋ ਕੀ ਆ, ਹਰਿਮੰਦਰ ਸਾਹਿਬ ਦੀ ਅੰਮ੍ਰਿਤਸਰ ਆਫ ਦੀ ਸਿੱਖ ਦੈਟ ਦੀ ਮੱਕਾ ਫॉर ਦੀ ਮੁਸਲਿਮ, ਯਾਨੀ ਕਿ ਅੰਮ੍ਰਿਤਸਰ ਸਿੱਖਾਂ ਲਈ ਉਹ ਚੀਜ਼ ਸੀ ਜਿਹੜੀ ਕਿ ਮੱਕਾ ਜਿਹੜੀ ਸੀਗੀ ਮੁਸਲਮਾਨਾਂ ਦੇ ਲਈ ਸੀ। ਆਈ ਹੋਪ ਤੁਹਾਨੂੰ ਕਲੀਅਰ ਹੋਏਗਾ, ਬਹੁਤ ਵਧੀਆ ਕੁਐਸਚਨ ਸੀਗਾ। ਦੈਨ ਉਸ ਤੋਂ ਬਾਅਦ ਦੇਖਦੇ ਹਾਂ ਕੀ ਆ, ਵਟ ਇਜ਼ ਦੀ ਬੈਨੀਫਿਟ ਆਫ ਦੀ ਮਨਸਦ ਸਿਸਟਮ ਇਨ ਦੀ ਸਿੱਖ ਰਿਲੀਜਨ। ਹੁਣ ਜਿਹੜਾ ਮਨਸਦ ਪ੍ਰਥਾ ਜਿਹੜੀ ਸੀਗੀ ਉਹ ਸ਼ੁਰੂ ਕੀਤੀ ਗਈ ਸੀ ਸਿੱਖਾਂ ਦੇ ਵਿੱਚ, ਉਹਦਾ ਮੇਨ ਮੋਟਿਵ ਕੀ ਸੀਗਾ, ਜਾਂ ਉਹ ਕਿਉਂ ਬਣਾਈ ਗਈ, ਜਾਂ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਸਿੱਖਾਂ ਨੂੰ, ਉਹਦੇ ਬਾਰੇ ਅਸੀਂ ਡਿਸਕਸ ਕਰਦੇ ਹਾਂ। ਸਭ ਨੂੰ ਪਤਾ ਵੀ ਮਨਸਦ ਸਿਸਟਮ ਕੀ ਸੀਗਾ, ਇੱਕ ਜਿਹਦੇ ਵਿੱਚ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਿੱਖਾਂ ਨੂੰ ਹੁਕਮ ਦਿੱਤਾ ਸੀ ਵੀ ਜਿਹਦੇ ਵਿੱਚ ਕੀ ਆ, ਉਹ ਕੀ ਨੇ ਆਪਣੇ ਇਨਕਮ ਦਾ 1/10 ਪਾਰਟ, ਯਾਨੀ ਕਿ 10ਵਾਂ ਹਿੱਸਾ, ਜਿਹਨੂੰ ਦਸਵੰਧ ਕਿਹਾ ਗਿਆ, ਯਾਦ ਰੱਖਣਾ। ਮਨਸਦ ਸਿਸਟਮ ਦਾ ਹੀ ਉਹ ਪਾਰਟ ਸੀ ਵੀ ਦਸਵੰਧ ਦੇਣਾ ਵਾ ਸਿੱਖਾਂ ਨੂੰ, ਤਾਂ ਜੋ ਕੀ ਆ ਵੀ ਉਹ ਹੋਰ ਵੀ ਜਿਹੜੇ ਸਿੱਖ ਭਲਾਈ ਦੇ ਲਈ ਕੰਮ ਕੀਤੇ ਜਾ ਸਕਣ। ਦੇਖੋ ਹੁਣ ਇਹਦੇ ਵਿੱਚ ਕੀ ਦੱਸਿਆ ਗਿਆ, ਪਹਿਲਾਂ ਇਹ ਸਿਸਟਮ ਦੇ ਵਿੱਚ ਇੰਸ਼ੋਰ ਕੀਤਾ ਗਿਆ ਵੀ ਤੁਹਾਡੀ ਰੈਗੂਲਰ ਤੇ ਫਿਕਸਡ ਡੋਨੇਸ਼ਨ ਜਿਹੜੀ ਸੀ ਗੁਰਗੱਦੀ ਦੇ ਲਈ, ਯਾਨੀ ਕਿ ਗੁਰੂ ਸਾਹਿਬ ਜਾਂ ਸਿੱਖ ਧਰਮ ਦੇ ਲਈ ਕੀ ਆ ਉਹ ਪੈਸੇ ਦਾਨ ਕਰਿਆ ਕਰਨਗੇ, ਤੇ ਉਹ ਫਿਕਸਡ ਡੋਨੇਸ਼ਨ ਲਾਈ ਗਈ ਸੀ ਗੁਰੂ ਸਾਹਿਬ ਜੀ ਦੁਆਰਾ, ਤੇ ਉਹ ਅੰਡਰਟੇਕ ਕੀਤੀ ਜਾਂਦੀ ਸੀ, ਜਿਹੜੇ ਉਹਨਾਂ ਤੋਂ ਲੈ ਕੇ ਉਹਦੇ ਨਾਲ ਕੰਸਟਰਕਸ਼ਨ ਵਰਕ ਕੀਤੇ ਜਾਂਦੇ ਸੀ ਸਿੱਖ ਰਿਲੀਜਨ ਦੇ ਲਈ, ਯਾਨੀ ਕਿ ਕਈ ਤਰ੍ਹਾਂ ਦੇ ਧਾਰਮਿਕ ਸਥਾਨ ਬਣਾਏ ਜਾਂਦੇ ਸੀ ਸਿੱਖਾਂ ਦੇ ਪ੍ਰਚਾਰ ਦੇ ਲਈ, ਹੋਰ ਵੀ ਕੰਮ ਕੀਤੇ ਜਾਂਦੇ ਸੀ। ਗੁਰੂ ਅਰਜਨ ਦੇਵ ਜੀ ਜਿਹੜੇ ਸੀਗੇ ਨਾਟ ਓਨਲੀ ਬਿਲਟ ਦੀ ਟੈਂਕਸ, ਵੀ ਉਹਨਾਂ ਨੇ ਸਿਰਫ ਇਕੱਲੇ ਉਹ ਟੈਂਕ ਨਹੀਂ ਬਣਾਏ ਸੀਗੇ, ਜਿਹੜੇ ਅਸੀਂ 2 ਸਰੋਵਰ ਸੁਣੇ ਸੀਗੇ ਅੰਮ੍ਰਿਤਸਰ ਤੇ ਸੰਤੋਖਸਰ। ਇਹ ਤੋਂ ਇਲਾਵਾ ਵੀ ਉਹਨਾਂ ਨੇ ਕਈ ਕੰਸਟਰਕਸ਼ਨ ਦੇ ਕੰਮ ਕੀਤੇ ਤੇ ਕਈ ਥਾਵੇਂ ਖੂਹ ਖੁਦਵਾਏ ਤੇ ਸਿਟੀਆਂ ਬਣਵਾਈਆਂ। ਤਾਂ ਇਹ ਸਾਰੇ ਕੰਮ ਕਿਹਦੇ ਨਾਲ ਹੋ ਸਕਿਆ, ਮਨਸਦ ਸਿਸਟਮ ਦੇ ਨਾਲ ਹੀ ਪੋਸੀਬਲ ਹੋ ਸਕਿਆ। ਦੈਨ ਉਸ ਤੋਂ ਬਾਅਦ ਕੀ ਸੀ, ਮਨਸਦ ਸਿਸਟਮ ਇਹਦੇ ਵਿੱਚ ਇਕੱਲਾ ਇਹੀ ਨਹੀਂ ਸੀਗਾ ਵੀ ਸਿਰਫ ਫਿਕਸਡ ਡੋਨੇਸ਼ਨ ਹੀ ਦੇਣੀ ਆ। ਇਹਦਾ ਮੇਨ ਮੋਟਿਵ ਕੀ ਸੀਗਾ ਵੀ ਜਿਹੜਾ ਸਿੱਖ ਧਰਮ ਦੇ ਜਿਹੜੀਆਂ ਸਿੱਖਿਆਵਾਂ ਨੇ ਉਹ ਲੋਕਾਂ ਤੱਕ ਈਜ਼ਲੀ ਪਹੁੰਚਾਈਆਂ ਜਾ ਸਕਣ, ਤੇ ਸਿੱਖ ਧਰਮ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਮੰਡੀ ਸਿਸਟਮ ਦੇ ਦੁਆਰਾ ਕੀ ਆ ਉਹਨੂੰ ਅੱਗੇ ਤੱਕ ਵਧਾਇਆ ਜਾ ਸਕੇ, ਤੇ ਲੋਕਾਂ ਤੱਕ ਉਹ ਵਿਚਾਰ ਉਹਨਾਂ ਦੇ ਪਹੁੰਚਾਏ ਜਾ ਸਕਣ, ਤਾਂ ਜੋ ਕੀ ਆ ਵੀ ਪੰਜਾਬ ਜਿਹੜਾ ਅੱਜ ਦੇ ਸਮੇਂ ਜਿਹੜੀਆਂ ਚੀਜ਼ਾਂ ਨੇ ਅੱਜ ਜਿਹੜੀਆਂ ਅਸੀਂ ਦੇਖ ਰਹੇ ਹਾਂ ਉਹ ਸਾਰੀਆਂ ਉਸ ਸਮੇਂ ਗੁਰੂ ਅਰਜਨ ਦੇਵ ਜੀ ਜਾਂ ਤੁਸੀਂ ਕਹਿ ਦਿਓ ਸਾਰੇ ਗੁਰੂ ਸਾਹਿਬਾਨਾਂ ਦੀਆਂ ਦੇਣ ਸੀਗੀਆਂ, ਜਿਹਦੇ ਕਰਕੇ ਸਾਡਾ ਜਿਹੜਾ ਸਿੱਖ ਧਰਮ ਆ ਉਹ ਹੋਰ ਵੀ ਜ਼ਿਆਦਾ ਪ੍ਰਚਲਿਤ ਹੋਇਆ। ਉਹ ਇਕੱਲਾ ਪੰਜਾਬ ਦੇ ਵਿੱਚ ਨਹੀਂ ਸਗੋਂ ਆਲ ਓਵਰ ਇੰਡੀਆ ਦੇ ਵਿੱਚ ਵੀ ਫੈਲ ਗਿਆ ਸੀਗਾ। ਹੁਣ ਉਸ ਤੋਂ ਬਾਅਦ ਕੀ ਆ, ਦੇਖੋ ਗੁਰੂ ਜੀ ਨੇ ਹੋਰ ਵੀ ਕਈ ਵਰਕ ਸਟਾਰਟ ਕੀਤੇ, ਜਿਵੇਂ ਆਪਣੇ ਔਨ ਕੋਰਟਸ ਬਣਾਉਣੇ ਸ਼ੁਰੂ ਕੀਤੇ, ਯਾਨੀ ਕਿ ਅਦਾਲਤਾਂ ਸ਼ੁਰੂ ਕੀਤੀਆਂ, ਜਿਹਦੇ ਥਰੂ ਉਹ ਮਨਸਦ ਦੇ ਥਰੂ ਕੀ ਸੀਗਾ ਉਹ ਇਨਕਮ ਵੀ ਇੱਕ ਰਿਸੋਰਸ ਬਣ ਚੁੱਕੀ ਸੀ, ਤੇ ਦੂਜਾ ਕੀ ਸੀ ਜਿਹੜੇ ਸਿੱਖ ਸੀਗੇ ਉਹ ਉਸ ਕੋਰਟ ਦੇ ਵਿੱਚ ਆ ਕੇ ਗੁਰੂ ਜੀ ਨੂੰ ਕਈ ਤਰ੍ਹਾਂ ਦੀਆਂ ਭੇਟਾਂ ਜਾਂ ਦਾਨ ਜਿਹੜੇ ਸੀਗੇ ਉਹ ਕਰਦੇ ਸੀ। ਵਿਸਾਖੀ ਵਾਲੇ ਦਿਨ ਉੱਥੇ ਇੱਕ ਸਭ ਤੋਂ ਵੱਡਾ ਜਿਹੜਾ ਸੀਗਾ ਗੁਰੂ ਜੀ ਆ ਕੇ ਗੁਰੂ ਜੀ ਦੇ ਸਾਹਮਣੇ ਉਹ ਸਾਰੇ ਨਸਮਸਤਕ ਹੁੰਦੇ ਸੀ ਤੇ ਗੁਰੂ ਜੀ ਦੀਆਂ ਬਲੈਸਿੰਗਸ ਲੈਂਦੇ ਹੁੰਦੇ ਸੀ, ਤੇ ਉੱਥੇ ਇੱਕ ਕੋਰਟ ਦਾ ਇੱਕ ਸਟੇਟਸ ਬਣਾਇਆ ਜਾਂਦਾ ਸੀ, ਜਿਹਦੇ ਵਿੱਚ ਸਿੱਖ ਤੇ ਸਿੱਖ ਸੰਗਤ ਨੂੰ ਜਿਹੜੇ ਸੀਗੇ ਗੁਰੂ ਅਰਜਨ ਦੇਵ ਜੀ ਨੂੰ ਕੀ ਕਹਿਣਾ ਸ਼ੁਰੂ ਕਰ ਦਿੱਤਾ ਸੀ, ਸੱਚੇ ਪਾਤਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ ਸੀ, ਯਾਨੀ ਕਿ ਟੂ ਇੰਪਰੋਰ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ, ਤੇ ਸਾਰੇ ਲੋਕ ਉਹਨਾਂ ਨੂੰ ਆਦਰ ਸਤਿਕਾਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਕੁਐਸਚਨ ਆਉਂਦਾ ਵੀ ਵਟ ਡੂ ਯੂ ਨੋ ਅਬਾਊਟ ਬਾਈ ਦੀ ਅਕਾਲ ਤਖਤ। ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ ਅਕਾਲ ਤਖਤ ਜਿਹੜਾ ਸੀਗਾ ਇਹ ਸਿੱਖ ਧਰਮ ਦੇ ਲਈ ਇੱਕ ਬਹੁਤ ਜ਼ਿਆਦਾ ਮਹੱਤਵਪੂਰਨ ਸਥਾਨ ਰੱਖਦਾ ਵਾ। ਇਸ ਜਿਹੜਾ ਅਕਾਲ ਤਖਤ ਸੀ ਉਹਨਾਂ ਕਿਹਨਾਂ ਨੇ ਸਟਾਰਟ ਕਰਵਾਇਆ ਸੀ, ਇਹ ਯਾਦ ਰੱਖਣਾ ਵੀ 6ਵੇਂ ਪਾਤਸ਼ਾਹੀ ਜਿਹੜੇ ਸੀਗੇ ਸ਼੍ਰੀ ਗੁਰੂ
ਹਰਗੋਬਿੰਦ ਸਿੰਘ ਜੀ ਦੁਆਰਾ ਇਹ ਵੀ ਜਿਹੜੇ ਸਿੱਖਾਂ ਦੇ ਧਰਮ ਦੇ ਲਈ ਜਾਂ ਉਹਨਾਂ ਨੂੰ ਇੰਸਟਰਕਸ਼ਨ ਦੇਣ ਦੇ ਲਈ ਜਿਹੜਾ ਸੀਗਾ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਜੀ ਨੇ ਇੱਕ ਨਵੀਂ ਚੀਜ਼ ਬਿਲਡ ਕਰਵਾਈ ਸੀਗੀ, ਜਿਹਨੂੰ ਨਾਮ ਦਿੱਤਾ ਗਿਆ ਅਕਾਲ ਤਖਤ ਦੀ ਥਰੋਨਸ ਆਫ ਟੂ ਦੀ ਸੁਪਰੀਮ ਗੋਡ। ਵੀ ਜਿਹੜਾ ਇੱਕ ਰੱਬ ਦਾ ਇੱਕ ਪ੍ਰਤੀਕ ਬਣਾਇਆ ਗਿਆ, ਉੱਥੇ ਇੱਕ ਭਵਨ ਬਣਾਇਆ ਗਿਆ ਜਿਹਨੂੰ ਅਕਾਲ ਤਖਤ ਦਾ ਜਾਂ ਈਸ਼ਵਰ ਦੀ ਗੱਦੀ ਦਾ ਨਾਮ ਦਿੱਤਾ ਗਿਆ ਉਹਨੂੰ। ਫਿਰ ਇਸ ਤੋਂ ਬਾਅਦ ਇਹਦੇ ਵਿੱਚ ਦੱਸਿਆ ਗਿਆ ਵੀ ਇਹਦੇ ਵੈਸਟਰਨ ਪਾਰਟ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਉਹਨਾਂ ਨੇ ਗੁਰੂ ਜੀ ਨੇ ਕਈ ਤਰ੍ਹਾਂ ਦੇ ਜਿਹੜੇ ਲੋਕਾਂ ਨੂੰ ਕਈ ਤਰ੍ਹਾਂ ਦੇ ਉੱਥੇ ਜਾ ਕੇ ਕੀ ਨੇ ਸਿੱਖਿਆਵਾਂ ਦਿੱਤੀਆਂ ਸੀਗੀਆਂ। ਉਹਨਾਂ ਨੇ ਇੱਕ 12 ਫੁੱਟ ਦਾ ਇੱਕ ਚਬੂਤਰਾ ਜਿਹਾ ਟਾਈਪ ਜਿਹੜਾ ਸੀਗਾ ਉਹ ਉੱਥੇ ਪਲੈਟਫਾਰਮ ਜਿਹਾ ਕ੍ਰੀਏਟ ਕੀਤਾ ਸੀਗਾ, ਅਤੇ ਉੱਥੇ ਉਹ ਪਲੈਟਫਾਰਮ ਕ੍ਰੀਏਟ ਕਰਕੇ ਉਹ ਉੱਥੇ ਰਾਜਨੀਤਿਕ ਅਤੇ ਸੈਨਿਕ ਜਿਹੜੀਆਂ ਸੀਗੀਆਂ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਸੀਗੀਆਂ ਉਹਨੂੰ ਸੈਟਲ ਡਾਊਨ ਕੀਤਾ ਜਾਂਦਾ ਸੀਗਾ। ਜਿਹੜੀਆਂ ਮਿਲਟਰੀ ਅਤੇ ਪੋਲੀਟੀਕਲ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਸੀ ਉਹਨੂੰ ਸੈਟ ਡਾਊਨ ਕੀਤਾ ਜਾਂਦਾ ਸੀਗਾ। ਅਤੇ ਫਿਰ ਜਿਹੜੇ ਸੈਨਿਕ ਜਾਂ ਵੀਰ ਕਹਾਣੀਆਂ ਉੱਥੇ ਸੁਣਾਈਆਂ ਜਾਂਦੀਆਂ ਹੁੰਦੀਆਂ ਸੀਗੀਆਂ, ਜਾਣੀ ਕਿ ਉਹਨਾਂ ਦੀ ਹੀਰੋਇਕ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ। ਇੱਕ ਕੀ ਸੀਗਾ ਸੌਂਗ ਦੇ ਤਰੀਕੇ ਨਾਲ, ਵੀਰ ਰਸਾ ਉਹਦਾ ਨਾਮ ਦਿੱਤਾ ਗਿਆ, ਅਤੇ ਜਿਹੜੇ ਅਕਾਲ ਤਖਤ ਦੇ ਫੋਲੋਅਰਸ ਹੁੰਦੇ ਸੀ ਉੱਥੇ ਜਾ ਕੇ ਮਿਲਦੇ ਹੁੰਦੇ ਸੀਗੇ। ਅਤੇ ਗੁਰੂ ਸਾਹਿਬ ਜੀ ਨੇ ਉੱਥੇ ਕੀ ਸੀਗਾ ਉਹਨਾਂ ਨੂੰ ਫਿਜ਼ੀਕਲੀ ਜਿਹੜੀਆਂ ਐਕਸਰਸਾਈਜ਼ਿਸ ਸੀਗੀਆਂ ਉਹਨਾਂ ਨੂੰ ਕਰਵਾਉਂਦੇ ਹੁੰਦੇ ਸੀ, ਤਾਂ ਜੋ ਕੀ ਆ ਵੀ ਉਹ ਸਾਰੇ ਜਿਹੜੇ ਸਿੱਖ ਲੋਕ ਨੇ ਉਹ ਆਪਣੇ ਇਸ ਚੀਜ਼ ਤੋਂ ਜ਼ਿਆਦਾ ਮੋਟੀਵੇਟਡ ਹੋਣ ਅਤੇ ਆਪਣੇ ਧਰਮ ਦੇ ਪ੍ਰਤੀ ਉਹ ਜਾਗਰੂਕ ਰਹਿਣ, ਅਤੇ ਜੇਕਰ ਕੋਈ ਉਹਨਾਂ 'ਤੇ ਜ਼ੁਲਮ ਕਰਦਾ ਤਾਂ ਉਹ ਜ਼ੁਲਮ ਦਾ ਕਿਵੇਂ ਟਾਕਰਾ ਕੀਤਾ ਜਾਵੇ, ਉਹ ਸਾਰੀਆਂ ਚੀਜ਼ਾਂ ਉੱਥੇ ਡਿਸਕਸ ਹੁੰਦੀਆਂ ਸੀ। ਤਾਂ ਅਕਾਲ ਤਖਤ ਦੀ ਜਿਹੜੀ ਇੰਪੋਰਟੈਂਸ ਸੀਗੀ ਉਹ ਹੋਰ ਵੀ ਜ਼ਿਆਦਾ ਵੱਧ ਗਈ ਸੀ, ਕਿਉਂਕਿ ਇੱਥੇ ਹੁਣ ਕੀ ਸੀਗਾ ਜਿਹੜੀਆਂ ਮਿਲਟਰੀਜ਼ ਅਤੇ ਪੋਲੀਟੀਕਲ ਜਿਹੜੀਆਂ ਡਿਸਕਸ਼ਨ ਹੋਣੀਆਂ ਸ਼ੁਰੂ ਹੋ ਗਈਆਂ ਸੀ। ਇਸ ਮੋਟਿਵ ਕਰਕੇ ਉੱਥੇ ਅਕਾਲ ਤਖਤ ਨੂੰ ਸਥਾਪਿਤ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਹੈ ਲਾਸਟ ਕੁਐਸਚਨ ਅੱਜ ਦੇ ਸੈਸ਼ਨ ਦਾ, ਵਟ ਡੀ ਦੀ ਨੋਟ ਆਫ ਟੂ ਦੀ ਮੇਟਰੀਡਮ ਆਫ ਦੀ ਸ਼੍ਰੀ ਗੁਰੂ ਅਰਜਨ ਦੇਵ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਬਾਰੇ ਆਪਾਂ ਨੋਟ ਦੇਣਾ ਵਾ। ਅਤੇ ਮੁਗਲ ਅੰਪਾਇਰ ਸਾਰਿਆਂ ਨੂੰ ਪਤਾ ਵੀ ਜਦੋਂ ਤੱਕ ਅਕਬਰ ਸੀਗੇ ਤਾਂ ਉਹਨਾਂ ਦਾ ਬਹੁਤ ਵਧੀਆ ਰਿਲੇਸ਼ਨਸ਼ਿਪ ਰਿਹਾ ਸੀਗਾ ਗੁਰੂ ਅਰਜਨ ਦੇਵ ਜੀ ਨਾਲ। ਪਰ ਜਦੋਂ ਉਹਦਾ ਬੇਟਾ ਜਹਾਂਗੀਰ ਜਿਹੜਾ ਸੀਗਾ ਉਹ ਨੈਕਸਟ ਅੰਪਾਇਰ ਬਣਿਆ ਸੀਗਾ, ਤਾਂ ਉਹਨੂੰ ਇਹ ਚੀਜ਼ ਪੋਲਿਸੀ ਵਧੀਆ ਨਹੀਂ ਲੱਗਦੀ ਸੀ, ਅਤੇ ਉਹ ਆਪਣੇ ਪਿਤਾ ਦੇ ਮੌਤ ਤੋਂ ਬਾਅਦ, ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਜਿਹੜਾ ਸੀਗਾ ਉਹ ਇਹ ਓਪਰਚੁਨਿਟੀਆਂ ਲੱਭ ਰਿਹਾ ਸੀ ਵੀ ਉਹ ਕਿਸ ਤਰੀਕੇ ਨਾਲ ਜਿਹੜਾ ਸਿੱਖ ਧਰਮ ਆ ਉਹਨੂੰ ਖ਼ਤਮ ਕਰ ਸਕੇ। ਤਾਂ ਉਹਨੂੰ ਇੱਕ ਮੇਨ ਟਾਈਮ ਮਿਲ ਗਿਆ ਸੀ ਜਦੋਂ ਉਹਦਾ ਪ੍ਰਿੰਸ ਖੁਸਰੋ, ਜਾਣੀ ਕਿ ਉਹਦਾ ਖੁਦ ਦਾ ਬੇਟਾ ਜਿਹੜਾ ਸੀਗਾ ਜਹਾਂਗੀਰ ਦਾ, ਉਹਨੇ ਉਹਦੇ ਬਗਾਵਤ ਕਰ ਦਿੱਤੀ ਸੀ ਆਪਣੇ ਪਿਤਾ ਦੇ ਖਿਲਾਫ, ਅਤੇ ਹੁਣ ਉਹ ਜਿਹੜਾ ਸੀਗਾ ਉਹਨੂੰ ਡਿਫੀਟ ਕਰਕੇ ਉਹਨੂੰ ਹਰਾ ਚੁੱਕਿਆ ਸੀ। ਆਪਣੇ ਪਿਤਾ ਤੋਂ ਹਾਰ ਕੇ ਜਿਹੜਾ ਖੁਸਰੋ ਸੀਗਾ ਉਹ ਕੀ ਸੀਗਾ ਗੁਰੂ ਅਰਜਨ ਦੇਵ ਜੀ ਕੋਲ ਚਲਿਆ ਗਿਆ ਸੀਗਾ। ਗੁਰੂ ਸਾਹਿਬ ਜੀ ਨੇ ਉਹਨੂੰ ਆਪਣੀ ਬਲੈਸਿੰਗ ਦਿੱਤੀਆਂ, ਜਾਣੀ ਕਿ ਉਹਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਿਆ। ਜਹਾਂਗੀਰ ਨੇ ਜਿਹੜਾ ਸੀ ਗੁਰੂ ਜੀ ਦੇ ਉੱਤੇ ਜਿਹੜਾ 2 ਲੱਖ ਰੁਪਈਏ ਦਾ ਕੀ ਲਾ ਦਿੱਤਾ ਸੀਗਾ, ਜੁਰਮਾਨਾ ਲਗਾ ਦਿੱਤਾ ਸੀ, ਵੀ ਉਹਨੇ ਕੀ ਆ ਇੱਕ ਬਾਗੀ ਨੂੰ ਪਨਾਹ ਦਿੱਤੀ ਆ ਗੁਰੂ ਜੀ ਨੇ ਖੁਸਰੋ ਨੂੰ, ਤਾਂ ਕਰਕੇ ਕੀ ਆ ਉਹਨਾਂ ਨੇ 2 ਲੱਖ ਰੁਪਏ ਦਾ ਜੁਰਮਾਨਾ ਲਾਇਆ ਸੀਗਾ ਗੁਰੂ ਸਾਹਿਬ ਦੇ ਉੱਤੇ। ਅਤੇ ਗੁਰੂ ਸਾਹਿਬ ਜੀ ਨੇ ਜਿਹੜਾ ਸੀਗਾ ਇਨਐਬਿਲਿਟੀ ਸੀਗੀ, ਉਹਨਾਂ ਨੇ ਇਹ ਚੀਜ਼ ਸ਼ੋਅ ਕੀਤੀ ਵੀ ਉਹ 2 ਲੱਖ ਰੁਪਈਆ ਪੇ ਨਹੀਂ ਕਰ ਸਕਦੇ ਹੈਗੇ। ਇਸ ਕਰਕੇ ਜਿਹੜੇ ਗੁਰੂ ਸਾਹਿਬ ਜੀ ਸੀਗੇ ਉਹਨਾਂ ਨੇ ਕੀ ਆ ਉਹਨਾਂ ਨੂੰ ਕਈ ਤਰ੍ਹਾਂ ਦਾ ਟੌਰਚਰ ਦਿੱਤਾ ਗਿਆ ਸੀਗਾ ਜਹਾਂਗੀਰ ਦੁਆਰਾ, ਅਤੇ ਉਹ ਜਿਹੜੇ ਸਿੱਖ ਸੀਗੇ ਇਹ ਚੀਜ਼ਾਂ ਫੋਲੋ ਨਹੀਂ ਕਰ ਸਕੇ, ਅਤੇ ਸਿੱਖਾਂ ਨੂੰ ਉਹਨਾਂ ਦੇ ਖਿਲਾਫ ਰੋਸ ਸੀਗਾ, ਅਤੇ ਉਹ ਚਾਹੁੰਦੇ ਸੀ ਵੀ ਉਹ ਕੀ ਨੇ ਜਿਹੜੇ ਉਹ ਚਾਹੁੰਦੇ ਸੀ ਵੀ ਉਹ ਗੁਰੂ ਜੀ ਨੂੰ ਜਿਹੜਾ ਵਾ ਉਹਨਾਂ ਨੂੰ ਛੱਡ ਦਿੱਤਾ ਜਾਵੇ, ਪਰ ਉਹਨਾਂ ਨੇ ਉਹਨੂੰ ਗੁਰੂ ਜੀ ਨੂੰ ਤਸੀਹੇ ਦਿੱਤੇ ਅਤੇ ਉਹਨਾਂ ਨੂੰ ਕੀ ਆ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਦੀ ਸ਼ਹੀਦੀ ਦੇ ਨਾਲ ਜਿਹੜੇ ਸਿੱਖ ਲੋਕ ਸੀਗੇ ਉਹ ਭੜਕ ਚੁੱਕੇ ਸੀਗੇ, ਅਤੇ ਹੁਣ ਉਹਨਾਂ ਨੂੰ ਸਮਝ ਆ ਗਈ ਸੀ ਵੀ ਉਹਨਾਂ ਨੇ ਜੇਕਰ ਆਪਣੇ ਧਰਮ ਨੂੰ ਬਚਾਉਣਾ ਵਾ ਤਾਂ ਉਹਨਾਂ ਨੂੰ ਕੀ ਆ ਹਥਿਆਰ ਚੱਕਣੇ ਪੈਣਗੇ। ਤਾਂ ਇਸ ਤਰੀਕੇ ਨਾਲ ਜਿਹੜਾ ਸਾਰੀ ਚੀਜ਼ਾਂ ਸੀਗੀਆਂ ਉਹ ਕ੍ਰੀਏਟ ਹੋਈਆਂ। ਇਹਦੇ ਨਾਲ ਸਾਡਾ ਜਿਹੜੇ ਸ਼ਾਰਟ ਕੁਐਸਚਨ ਆਨਸਰ ਨੇ ਉਹ ਕੰਪਲੀਟ ਹੋ ਚੁੱਕੇ ਨੇ। ਆਈ ਹੋਪ ਤੁਹਾਨੂੰ ਸੈਸ਼ਨ ਵਧੀਆ ਲੱਗਿਆ ਹੋਊਗਾ। ਮੈਂ ਚਾਹੁੰਦਾ ਵੀ ਇਸ ਤਰੀਕੇ ਨਾਲ ਹੀ ਅਸੀਂ ਰੈਗੂਲਰਲੀ ਬੇਸ ਦੇ ਉੱਤੇ ਕੰਮ ਕਰੀਏ। ਅਤੇ ਹੁਣ ਮੈਂ ਥੋੜ੍ਹਾ ਜਿਹਾ ਸਮਰਅਪ ਕਰਦੇ ਹਾਂ, ਕੀ ਕਰਦੇ ਹਾਂ ਦੇਖੋ, ਸਟਾਰਟਿੰਗ ਕਰਦੇ ਹਾਂ। ਦੇਖੋ ਜਿਹੜਾ ਫਸਟ ਕੁਐਸਚਨ ਸੀਗਾ ਉਹਨੂੰ ਸਮਰਅਪ ਕਰਦੇ ਹਾਂ। ਫਸਟ ਕੁਐਸਚਨ ਦੇ ਵਿੱਚ ਬੌਲੀ ਸਾਹਿਬ ਕਿਹਨਾਂ ਨੇ ਸਟਾਰਟ ਕਰਵਾਈ ਸੀ? ਯਾਦ ਰੱਖਣਾ ਗੁਰੂ ਅੰਗਦ ਦੇਵ ਜੀ ਨੇ ਸਟਾਰਟ ਕਰਵਾਈ ਸੀ, ਪਰ ਉਹਨੂੰ ਕੰਪਲੀਟ ਕਿਹਨਾਂ ਨੇ ਕਰਵਾਇਆ ਸੀ? ਅਮਰਦਾਸ ਜੀ ਨੇ। ਅਤੇ ਇਹ ਜਿਹੜੇ ਸੀਗੇ ਇਹਦੇ ਵਿੱਚ ਜਿਹੜੀਆਂ 34 ਜਿਹੜੀਆਂ ਸਟੈਪਸ ਸੀਗੇ ਉਹਨਾਂ ਨੇ ਕੰਸਟਰਕਟ ਕਰਵਾਏ, ਅਤੇ ਇਹਦੇ ਵਿੱਚ ਮੋਸਟਲੀ ਕਿੰਨੇ ਸਟੈਪਸ ਨੇ ਯਾਦ ਰੱਖਣੇ ਆ? 84 ਸਟੈਪਸ ਨੇ। ਇਹਦੇ ਵਿੱਚ ਉਹਨਾਂ ਨੇ ਇੱਕ ਬਲੈਸਿੰਗ ਦਿੱਤੀ ਸੀ ਵੀ ਕੀ ਆ ਜਿਹੜਾ ਬੰਦਾ ਇੱਥੇ ਜਪਜੀ ਸਾਹਿਬ ਜੀ ਦੀ ਆ ਕੇ ਡੇਲੀ 84 ਪੌੜੀਆਂ ਦੇ ਉੱਤੇ ਜਾਪ ਕਰਦਾ ਹੋਇਆ ਜਾਊਗਾ ਤਾਂ ਉਹ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਸਕਦਾ। ਫਿਰ ਉਸ ਤੋਂ ਬਾਅਦ ਮੰਜੀ ਸਿਸਟਮ ਆਇਆ ਸੀ। ਮੰਜੀ ਸਿਸਟਮ ਜਿਹੜਾ ਸੀਗਾ ਉਹ ਤੀਜੇ ਪਾਤਸ਼ਾਹੀ ਜਿਹੜੇ ਸੀਗੇ ਗੁਰੂ ਅਮਰਦਾਸ ਜੀ ਦੁਆਰਾ ਸਟਾਰਟ ਕੀਤਾ ਗਿਆ ਸੀਗਾ, ਅਤੇ ਇਹਦੇ ਵਿੱਚ ਉਹਨਾਂ ਨੇ ਆਪਣੇ ਫੋਲੋਅਰਸ ਨੂੰ ਜਿਹੜਾ, ਕਿਉਂਕਿ ਉਹ ਜਾ ਨਹੀਂ ਸਕਦੇ ਸੀ ਕਈ ਪਲੇਸਾਂ ਦੇ ਉੱਤੇ, ਤਾਂ ਕਰਕੇ ਉਹਨਾਂ ਨੇ ਕੀ ਆ ਆਪਣਾ ਜਿਹੜਾ ਅੰਪਾਇਰ ਸੀ ਉਹਨੂੰ 22 ਪਾਰਟਸ ਦੇ ਵਿੱਚ ਵੰਡਿਆ, ਅਤੇ ਹਰੇਕ ਰੀਜਨ ਦੇ ਵਿੱਚ ਇੱਕ ਬੰਦੇ ਨੂੰ ਡਿਸਾਈਡ ਕੀਤਾ ਗਿਆ, ਰੱਖਿਆ ਗਿਆ, ਜਿਹਨੂੰ ਮੰਜੀਸ ਕਿਹਾ ਗਿਆ। ਫਿਰ ਉਹਨੂੰ ਸਬ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ, ਜਿਹਨੂੰ ਪੀੜਸ ਕਿਹਾ ਗਿਆ, 22 ਪੀੜਸ। ਅਤੇ ਇਸ ਤਰੀਕੇ ਨਾਲ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ। ਉਸ ਤੋਂ ਬਾਅਦ ਅਮਰਦਾਸਪੁਰਾ ਜਾਂ ਅੰਮ੍ਰਿਤਸਰ, ਵੀ ਜਿਹੜਾ ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀ? ਅਮਰਦਾਸਪੁਰਾ। ਇਹਦਾ ਨਾਮ ਕਿਉਂ ਰੱਖਿਆ ਗਿਆ? ਕਿਉਂਕਿ ਚੌਥੇ ਪਾਤਸ਼ਾਹੀ ਜੀ ਨੇ ਇਹ ਸਟਾਰਟ ਕਰਵਾਇਆ ਸੀਗਾ, ਅਤੇ ਉਸ ਸਮੇਂ ਜਿਹੜੇ ਗੁਰੂ ਜੀ ਸੀਗੇ ਉਹਨਾਂ ਨੇ ਕੀ ਆ
ਦੋ ਤਰ੍ਹਾਂ ਦੇ ਜਿਹੜੇ ਸਰੋਵਰ ਸੀਗੇ ਉਹ ਉੱਥੇ ਪਟਵਾਏ ਸੀਗੇ। ਪਹਿਲਾ ਸੀਗਾ ਅੰਮ੍ਰਿਤਸਰ ਅਤੇ ਦੂਜਾ ਸੀਗਾ ਸੰਤੋਖਸਰ। ਅਤੇ ਬਾਅਦ ਵਿੱਚ ਜਿਹੜਾ ਸੀਗਾ ਇਹ ਕਾਫੀ ਜ਼ਿਆਦਾ ਫੇਮਸ ਹੋਇਆ, ਕਿਉਂਕਿ ਇੱਥੇ ਜਿਹੜੇ ਗੁਰੂ ਜੀ ਸੀ ਉੱਥੇ ਹੀ ਰਹਿਣ ਲੱਗ ਗਏ ਸੀ, ਤਾਂ ਕਰਕੇ ਉੱਥੇ ਜਿਹੜਾ ਇੱਕ ਸ਼ਹਿਰ ਬਸ ਗਿਆ ਸੀਗਾ। ਬਾਅਦ ਵਿੱਚ ਇਹਨੂੰ ਗੁਰੂ ਕਾ ਬਾਜ਼ਾਰ ਵੀ ਨਾਮ ਦਿੱਤਾ ਗਿਆ, ਜਾਂ ਮਾਰਕੀਟ ਆਫ ਗੁਰੂ ਵੀ ਕਿਹਾ ਗਿਆ। ਉਸ ਤੋਂ ਬਾਅਦ ਹਰਿਮੰਦਰ ਸਾਹਿਬ ਕਿੱਥੇ ਸਿਚੁਏਟਡ ਸੀ, ਇਹ ਮੈਂ ਤੁਹਾਨੂੰ ਕੁਐਸਚਨ ਪੁੱਛਿਆ ਸੀ, ਤੁਹਾਨੂੰ ਕਿਹਾ ਸੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਕਰਨਾ ਵਾ। ਅਤੇ ਇੱਥੇ ਜਿਹੜਾ ਸੀਗਾ ਗੁਰੂ ਅਮਰਦਾਸ ਜੀ ਨੇ ਜਿਹੜਾ ਕੰਮ ਸਰੋਵਰ ਸਟਾਰਟ ਕਰਵਾਇਆ ਸੀਗਾ, ਤਾਂ ਪੰਜਵੇਂ ਪਾਤਸ਼ਾਹੀ ਜਿਹੜੇ ਗੁਰੂ ਅਰਜਨ ਦੇਵ ਜੀ ਸੀਗੇ ਉਹਨਾਂ ਨੇ ਉਹ ਕੰਮ ਨੂੰ ਅੱਗੇ ਵਧਾਇਆ, ਅਤੇ ਹਰਿਮੰਦਰ ਸਾਹਿਬ ਦੀ ਜਿਹੜੀ ਨੀਂਹ ਪੱਥਰ ਸੀ ਉਹ ਰਖਾਇਆ ਗਿਆ 1599 ਈਸਵੀ ਦੇ ਵਿੱਚ। ਅਤੇ ਇਸ ਸਮੇਂ ਜਿਹੜੇ ਸੀ ਉਹਨਾਂ ਨੇ 4 ਡਾਇਰੈਕਸ਼ਨਾਂ ਦੇ ਵਿੱਚ 4 ਦਰਵਾਜ਼ੇ ਰੱਖੇ ਗਏ ਵੀ ਸਾਰੇ ਲੋਕਾਂ ਲਈ ਓਪਨ। ਇਹਦਾ ਨੀਂਹ ਪੱਥਰ ਜਿਹੜਾ ਸੀਗਾ ਉਹ ਇੱਕ ਸੂਫੀ ਫਕੀਰ ਜੀ ਦੁਆਰਾ ਦਿਖਾਇਆ ਗਿਆ, ਜਿਨ੍ਹਾਂ ਦਾ ਨਾਮ ਸੀ ਮੀਆਂ ਮੀਰ ਜੀ ਦਾ। ਅਤੇ ਉਸ ਵਰਕ ਨੂੰ, ਜਾਣੀ ਕਿ ਉਸ ਕੰਸਟਰਕਸ਼ਨ ਵਰਕ ਨੂੰ ਦੇਖਣ ਦੇ ਲਈ ਭਾਈ ਬੁੱਢਾ ਜੀ ਨੂੰ ਉੱਥੇ ਦਾ ਸੁਪਰਵਾਈਜ਼ਰ ਬਣਾਇਆ ਗਿਆ ਸੀਗਾ। ਅਤੇ ਬਾਅਦ ਵਿੱਚ ਜਦੋਂ ਕੰਪਲੀਟ ਹੋ ਗਿਆ ਸੀ ਹਰਿਮੰਦਰ ਸਾਹਿਬ ਜੀ 1601 ਦੇ ਵਿੱਚ ਅਤੇ 1604 ਦੇ ਵਿੱਚ ਆਦਿ ਗ੍ਰੰਥ ਜਿਹੜੇ ਸੀਗੇ ਉੱਥੇ ਸਥਾਪਿਤ ਕੀਤਾ ਗਿਆ, ਅਤੇ ਉਹਨਾਂ ਦੇ ਫਸਟ ਜਿਹੜੇ ਗ੍ਰੰਥੀ ਸੀਗੇ ਉਹ ਵੀ ਉਹਨਾਂ ਨੂੰ ਬੁੱਢਾ ਜੀ ਨੂੰ ਹੀ ਥਾਪਿਆ ਗਿਆ ਸੀਗਾ। ਉਸ ਤੋਂ ਬਾਅਦ ਮੰਸਲ ਸਿਸਟਮ ਕੀ ਸੀਗਾ, ਸਭ ਨੂੰ ਪਤਾ ਵੀ ਇਹ ਕੀ ਸੀਗਾ, ਵੀ ਇੱਕ ਸਿਸਟਮ ਬਣਾਇਆ ਗਿਆ ਸੀ ਗੁਰੂ ਜੀ ਦੁਆਰਾ, ਜਿਹਦੇ ਨਾਲ ਕੀ ਸੀ ਉਹ ਆਪਣੀ ਇਨਕਮ ਰਾਈਜ਼ ਕਰਦੇ ਸੀ, ਅਤੇ ਉਹ ਇਨਕਮਸ ਨੂੰ ਯੂਜ਼ ਕੀਤਾ ਜਾਂਦਾ ਸੀਗਾ ਸਿੱਖ ਧਰਮ ਦੀ ਭਲਾਈ ਦੇ ਲਈ। ਅਤੇ ਉਸ ਤੋਂ ਬਾਅਦ ਸੀ ਅਕਾਲ ਤਖਤ ਹੁਣੀ ਪੜ੍ਹਿਆ ਵੀ ਇਹ ਕੀ ਸੀਗਾ। ਹਰਿਮੰਦਰ ਸਾਹਿਬ ਦੇ ਵਿੱਚ ਇੱਕ ਬਿਲਡਿੰਗ ਨਵੀਂ ਕ੍ਰੀਏਟ ਕੀਤੀ ਗਈ ਜਿਹਨੂੰ ਅਕਾਲ ਤਖਤ ਦਾ ਨਾਮ ਦਿੱਤਾ ਗਿਆ, ਅਤੇ ਇਹਦੇ ਵਿੱਚ 22 ਫੁੱਟਾਂ ਦਾ ਨਾਮ ਦਾ ਇੱਕ ਤਰ੍ਹਾਂ ਦਾ ਚਬੂਤਰਾ ਜਿਹਾ ਟਾਈਪ ਬਣਾਇਆ ਗਿਆ ਸੀਗਾ, ਜਿਹਦੇ ਵਿੱਚ ਕੀ ਸੀਗਾ ਉਹ ਮਿਲਟਰੀ ਅਤੇ ਪੋਲੀਟੀਕਲ ਪਾਵਰਸ ਦੇ ਬਾਰੇ ਡਿਸਕਸ਼ਨ ਹੁੰਦੀ ਸੀਗੀ। ਅਤੇ ਉਸ ਤੋਂ ਬਾਅਦ ਸੀਗਾ ਸ਼ਹੀਦੀ ਬਾਰੇ ਦੱਸਣਾ ਸੀਗਾ ਗੁਰੂ ਅਰਜਨ ਦੇਵ ਜੀ ਦੀ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ ਮੁਗਲ ਸ਼ਾਸਕ ਜਹਾਂਗੀਰ ਦੁਆਰਾ, ਅਤੇ ਉਹਨੇ ਇੱਕ ਸ਼ਰਯੰਤਰ ਰਚਿਆ ਸੀ, ਜਾਂ ਤੁਸੀਂ ਕਹਿ ਦਿਓ ਵੀ ਇੱਕ ਤਰ੍ਹਾਂ ਦਾ ਉਹਨੂੰ ਇੱਕ ਹਿੰਟ ਮਿਲ ਗਿਆ ਸੀ, ਜਿਹਦੇ ਨਾਲ ਉਹ ਸਿੱਖ ਧਰਮ ਨੂੰ ਕੁਚਲ ਸਕਦਾ ਸੀਗਾ। ਪਰ ਉਸ ਦੇ ਨਾਲ ਕੀ ਹੋਇਆ ਉਹਨੂੰ ਇਹ ਨਹੀਂ ਪਤਾ ਸੀ ਵੀ ਇਹਦੇ ਨਾਲ ਸਿੱਖ ਧਰਮ ਹੋਰ ਵੀ ਜ਼ਿਆਦਾ ਰਾਈਜ਼ ਹੋਏਗਾ, ਅਤੇ ਇਹ ਸਿੱਖ ਧਰਮ ਦੇ ਰਾਈਜ਼ ਹੋਣ ਦੇ ਨਾਲ ਹੀ ਮੁਗਲ ਧਰਮ ਦਾ ਜਿਹੜਾ ਸੀਗਾ ਜਾਂ ਮੁਗਲ ਸ਼ਾਸਕ ਦਾ ਜਿਹੜਾ ਸੀ ਅੰਤ ਹੋਇਆ ਸੀਗਾ। ਅਸੀਂ ਇਹ ਪੂਰੀ ਹਿਸਟਰੀ ਦੇ ਵਿੱਚ ਅੱਗੇ ਜਾ ਕੇ ਪੜ੍ਹਾਂਗੇ। ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਊਗਾ। ਜੇਕਰ ਸੌਰੀ ਇੱਕ ਆਪਣਾ ਲੌਂਗ ਕੁਐਸਚਨ ਵੀ ਰਹਿ ਗਿਆ ਸੀਗਾ। ਲੌਂਗ ਕੁਐਸਚਨ ਮੈਂ ਇਹਦੇ ਵਿੱਚ ਡਿਸਕਸ ਕੀਤਾ ਕਿਉਂਕਿ ਲੌਂਗ ਕੁਐਸਚਨ ਇਹਦੇ ਵਿੱਚ ਬਹੁਤ ਜ਼ਿਆਦਾ ਨੇ। ਤਾਂ ਫਸਟ ਦੇਖੋ ਡਿਸਕਸ ਕਰਦੇ ਹਾਂ, ਗੁਰੂ ਅੰਗਦ ਦੇਵ ਜੀ ਦੀ ਡਿਵੈਲਪਮੈਂਟ ਦੱਸਣੀ ਆ। ਸਿੱਖ ਧਰਮ ਦੇ ਲਈ ਉਹਨਾਂ ਨੇ ਕੀ ਡਿਵੈਲਪ ਕੀਤਾ ਸੀਗਾ। ਸਭ ਨੂੰ ਪਤਾ ਵੀ ਗੁਰੂ ਅੰਗਦ ਦੇਵ ਜੀ ਕਿਹੜੇ ਸੀਗੇ, ਉਹ ਦੂਜੇ ਗੁਰੂ ਸੀਗੇ ਸਿੱਖਾਂ ਦੇ, ਅਤੇ ਆਫਟਰ ਗੁਰੂ ਨਾਨਕ ਦੇਵ ਜੀ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ 1539 ਦੇ ਵਿੱਚ ਉਹ ਕੀ ਸੀਗੇ, ਦੂਸਰੇ ਗੁਰੂ ਜੀ ਬਣ ਚੁੱਕੇ ਸੀਗੇ। ਅਤੇ ਮੈਨੂੰ ਸਾਰੇ ਬੱਚਿਆਂ ਨੇ ਕਮੈਂਟ ਕਰਕੇ ਇਹ ਦੱਸਣਾ ਵੀ ਉਹਨਾਂ ਦਾ ਪਹਿਲਾ ਨਾਮ ਕੀ ਸੀਗਾ ਗੁਰੂ ਅੰਗਦ ਦੇਵ ਜੀ ਦਾ। ਅਤੇ ਉਸ ਤੋਂ ਬਾਅਦ ਅਸੀਂ ਕੀ ਆ ਵੀ ਜਿਹੜੇ ਗੁਰੂ ਅੰਗਦ ਦੇਵ ਜੀ ਨੇ ਸੀਗੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਕਈ ਕੰਮ ਕੀਤੇ, ਜਿਵੇਂ ਇੰਪਰੂਵਮੈਂਟ ਆਫ ਦੀ ਗੁਰਮੁਖੀ ਸਕ੍ਰਿਪਟ, ਜਿਹੜੀ ਗੁਰਮੁਖੀ ਸਕ੍ਰਿਪਟ ਸੀਗੀ, ਜਾਣੀ ਕਿ ਹੁਣ ਜਿਹੜਾ ਸੰਸਕ੍ਰਿਤ ਦੇ ਵਿੱਚ ਇੱਕ ਨਵੀਂ ਭਾਸ਼ਾ ਨਿਕਲ ਕੇ ਆ ਰਹੀ ਸੀ ਉਸ ਸਮੇਂ ਦੀ, ਜਿਹਨੂੰ ਨਾਮ ਦਿੱਤਾ ਗਿਆ ਗੁਰਮੁਖੀ, ਜਿਹੜੀ ਅੱਜ ਵੀ ਪੜ੍ਹੀ ਜਾਂਦੀ ਆ। ਜਿਹੜਾ ਪੰਜਾਬੀ ਆ ਉਹ ਗੁਰਮੁਖੀ ਲਿਪੀ ਦੇ ਵਿੱਚੋਂ ਹੀ ਨਿਕਲੀ ਗਈ ਸੀ। ਤਾਂ ਇਹਦੀ ਇੰਪਰੂਵਮੈਂਟ ਕੀਤੀ ਸੀ ਗੁਰੂ ਜੀ ਨੇ, ਅਤੇ ਉਹਨਾਂ ਨੇ ਬਾਲ ਬੋਧ ਜਿਹੜੇ ਸੀਗੇ ਉਹਨਾਂ ਨੇ ਚਿਲਡਰਨਸ ਨੂੰ ਹੈਲਪ ਕੀਤਾ ਸੀਗਾ ਐਲਫਾਬੈਟ ਲਿਖਣ ਦੇ ਵਿੱਚ, ਗੁਰਮੁਖੀ ਲਿਪੀ ਨੂੰ ਸਟਾਰਟ ਕੀਤਾ ਸੀ ਕਾਮਨ ਲੈਂਗੁਏਜ ਦੇ ਵਿੱਚ ਲੈ ਕੇ ਆਉਣ ਦੀ, ਤਾਂ ਜੋ ਕੀ ਆ ਵੀ ਸਾਰੇ ਬੰਦੇ ਆਮ ਜਿਹੜੇ ਭਾਸ਼ਾ ਨੇ ਉਹਨੂੰ ਸਮਝ ਸਕਣ। ਫਿਰ ਉਸ ਤੋਂ ਬਾਅਦ ਆਇਆ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ, ਅਤੇ ਗੁਰੂ ਨਾਨਕ ਦੇਵ ਦੀ ਜਨਮ ਸਾਖੀ ਦੇ ਬਾਰੇ ਅਤੇ ਉਹਨਾਂ ਦੇ ਚਰਿੱਤਰ ਦੇ ਬਾਰੇ, ਅਤੇ ਉਹਨਾਂ ਦੀਆਂ ਜਿਹੜੀਆਂ ਸਿੱਖ ਧਰਮ ਦੇ ਵਿੱਚ ਦਿੱਤੀਆਂ ਗਈਆਂ ਦੇਨਾਂ ਸੀਗੀਆਂ ਉਹਨਾਂ ਦੇ ਬਾਰੇ ਉਹਨਾਂ ਨੇ ਕੀ ਆ ਗੁਰਮੁਖੀ ਲਿਪੀ ਦੇ ਵਿੱਚ ਲਿਖਣਾ ਸ਼ੁਰੂ ਕੀਤਾ, ਅਤੇ ਉਹਨਾਂ ਦੇ ਬਾਰੇ ਸਾਰੀਆਂ ਸਾਖੀਆਂ ਜਿਹੜੀਆਂ ਸੀ ਉਹ ਉਹਨਾਂ ਨੇ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ, ਅਤੇ ਉਹਨਾਂ ਦੀਆਂ ਬਾਣੀਆਂ ਜਿਹੜੀਆਂ ਸੀਗੀਆਂ ਉਹ ਅੱਗੇ ਤੱਕ ਲੋਕਾਂ ਤੱਕ ਪਹੁੰਚਾਈਆਂ। ਫਿਰ ਉਸ ਤੋਂ ਬਾਅਦ ਲੰਗਰ ਸਿਸਟਮ, ਜਿਹੜਾ ਲੰਗਰ ਸਿਸਟਮ ਸੀਗਾ ਉਹ ਸਾਨੂੰ ਸਭ ਨੂੰ ਪਤਾ ਵੀ ਗੁਰੂ ਨਾਨਕ ਦੇਵ ਜੀ ਨੇ ਸਟਾਰਟ ਕਰਵਾਇਆ, ਅਤੇ ਉਸ ਸਿਸਟਮ ਨੂੰ ਅੱਗੇ ਤੱਕ ਲੈ ਕੇ ਜਾਣ ਦਾ ਕੰਮ ਜਿਹੜਾ ਸੀਗਾ ਗੁਰੂ ਅੰਗਦ ਦੇਵ ਜੀ ਨੇ ਕੀਤਾ। ਅਤੇ ਉਹਨਾਂ ਨੇ ਕੀ ਕੀਤਾ ਵੀ ਜਿਹੜੀ ਜਾਤ ਪਾਤ ਸਿਸਟਮ ਆ ਉਹਨੂੰ ਖਤਮ ਕਰਨ ਦੇ ਲਈ ਇਹ ਲੰਗਰ ਪ੍ਰਥਾ ਨੂੰ ਹੋਰ ਵੀ ਜ਼ਿਆਦਾ ਵਧਾਇਆ, ਅਤੇ ਇਸ ਤਰੀਕੇ ਨਾਲ ਜਿਹੜਾ ਸਿੱਖ ਧਰਮ ਦਾ ਜਿਹੜਾ ਮੈਸੇਜ ਸੀਗਾ ਉਹ ਲੋਕਾਂ ਤੱਕ ਜਾਣਾ ਸ਼ੁਰੂ ਹੋਇਆ। ਸੈਪਰੇਟ ਆਫ ਦੀ ਉਦਾਸੀ ਫਰੋਮ ਟੂ ਦੀ ਸਿੱਖ। ਹੁਣ ਸਭ ਤੋਂ ਵੱਡੀ ਗੱਲ ਸੀ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਸ਼ੁਰੂ ਕੀਤੀਆਂ ਸੀਗੀਆਂ, ਉਹਨਾਂ ਦੇ ਜਿਹੜੇ ਵੱਡੇ ਬੇਟੇ ਸੀਗੇ ਸ਼੍ਰੀ ਚੰਦ ਜੀ, ਉਹਨਾਂ ਨੇ ਇੱਕ ਉਦਾਸੀ ਜਿਹੜੀ ਸਮੁਦਾਇ ਸੀਗਾ ਉਹਨੂੰ ਸਥਾਪਿਤ ਕੀਤਾ ਗਿਆ। ਇਹਦੇ ਵਿੱਚ ਉਹ ਕੀ ਸੀਗੇ, ਇਹ ਤਾਂ ਸਾਰੀਆਂ ਜਿਹੜੀਆਂ ਟੀਚਿੰਗਾਂ ਸੀਗੀਆਂ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀਆਂ ਗਈਆਂ ਟੀਚਿੰਗਾਂ ਦੇ ਹਮੇਸ਼ਾ ਉਲਟ ਸੀਗੀਆਂ। ਤਾਂ ਗੁਰੂ ਅੰਗਦ ਦੇਵ ਜੀ ਨੇ ਕਲੀਅਰਲੀ ਕਰ ਦਿੱਤਾ ਸੀਗਾ ਵੀ ਕਿਸੇ ਵੀ ਪਰਸਨ ਨੇ ਉਸ ਸਿਸਟਮ ਨੂੰ ਫੋਲੋ ਨਹੀਂ ਕਰਨਾ ਹੈਗਾ, ਕਿਉਂਕਿ ਜਿਹੜੇ ਸਿੱਖ ਰਿਲੀਜਨ ਆ ਉਹ ਕੀ ਆ ਘਰ ਦੇ ਵਿੱਚ ਰਹਿ ਕੇ ਵੀ ਉਹ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਕੇ ਵੀ ਕੀਤਾ ਜਾ ਸਕਦਾ। ਤਾਂ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਡਿਕਲੇਅਰ ਕੀਤਾ ਵੀ ਉਹ ਕੀ ਨੇ, ਉਹ ਟਰੂ ਸਿੱਖ ਨਹੀਂ ਹੈਗਾ ਜਿਹੜਾ ਕਿ ਸੰਨਿਆਸੀ ਬਣ ਜਾਵੇ ਅਤੇ ਉੱਥੇ ਜਾ ਕੇ ਇੱਦਾਂ ਘੁੰਮਣ ਲੱਗ ਜਾਵੇ। ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਲਈ ਉਹਨਾਂ ਨੇ ਜਿਹੜਾ ਉਦਾਸੀ ਸਿਸਟਮ ਸੀਗਾ ਉਹਨੂੰ ਸਿੱਖ ਧਰਮ ਤੋਂ ਅਲੱਗ ਕੀਤਾ ਗਿਆ, ਅਤੇ ਇਸ ਤਰੀਕੇ ਨਾਲ ਸਿੱਖ ਧਰਮ ਦੀ ਹੋਰ ਵੀ ਜ਼ਿਆਦਾ ਸਟਰੈਂਥ ਜਿਹੜੀ ਸੀ ਉਹ ਵਧਣੀ ਸ਼ੁਰੂ ਹੋ ਗਈ ਸੀ। ਯਾਦ ਰੱਖਣਾ ਵੀ ਉਦਾਸੀ ਸਿਸਟਮ ਕਿਹਨਾਂ ਨੇ ਸਟਾਰਟ ਕਰਵਾਇਆ ਸੀ, ਕਿਹਨਾਂ ਨੇ ਕੀਤਾ ਸੀਗਾ, ਸ਼੍ਰੀ ਚੰਦ ਜੀ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਐਲਡਰ ਸਨ ਸੀਗੇ। ਉਸ ਤੋਂ ਬਾਅਦ ਹੈ ਲੈਟ ਡਾਊਨ ਟੂ ਦੀ ਫਾਊਂਡੇਸ਼ਨ ਆਫ ਗੋਬਿੰਦਵਾਲ। ਫਿਰ ਗੋਬਿੰਦਵਾਲ ਦੀ ਜਿਹੜੀ ਸੀਗੀ ਨੀਂਹ ਪੱਥਰ ਰੱਖਿਆ ਗੁਰੂ ਅੰਗਦ ਦੇਵ ਜੀ ਨੇ, ਜਿਹੜਾ ਸੀ ਗੋਬਿੰਦਵਾਲ ਦਾ ਨੀਂਹ ਪੱਥਰ ਰੱਖਿਆ ਸੀਗਾ, ਤਾਂ ਜੋ ਕੀ ਆ ਵੀ ਸਿੱਖਾਂ ਨੂੰ ਇੱਕ ਤੀਰਥ ਸਥਾਨ ਮਿਲ ਜਾਵੇ ਜਿੱਥੇ ਜਾ ਕੇ ਉਹ ਕੀ ਨੇ ਆਪਣੇ ਜਿਹੜੇ ਮੱਥਾ ਟੇਕ ਸਕਦੇ ਆ, ਜਾਂ ਉੱਥੇ ਜਾ ਕੇ ਹੋਰ ਵੀ ਜਿਹੜੀਆਂ ਉਹਨਾਂ ਨਾਲ ਜੁੜੀਆਂ ਹੋਈਆਂ ਧਾਰਮਿਕ
ਗੱਲਾਂ ਨੇ ਉੱਥੇ ਜਾ ਕੇ ਸਿੱਖ ਸਕਣ, ਜਿਹਨੂੰ ਕੰਪਲੀਟ ਕਿਹਨਾਂ ਨੇ ਕਰਵਾਇਆ ਸੀ? ਗੁਰੂ ਅਮਰਦਾਸ ਜੀ ਨੇ, ਕਿ ਤੀਜੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕੰਪਲੀਟ ਕਰਵਾਇਆ ਸੀ। ਫਿਰ ਉਸ ਤੋਂ ਬਾਅਦ ਇਨਫੋਰਸ ਦੀ ਆ ਡਿਸਪਲਿਨ। ਫਿਰ ਗੁਰੂ ਅੰਗਦ ਦੇਵ ਜੀ ਨੇ ਕਈ ਤਰ੍ਹਾਂ ਦੇ ਸਟ੍ਰਿਕਟ ਡਿਸਪਲਿਨ ਲਗਾਏ ਗਏ ਸੀ ਸਿੱਖ ਧਰਮ ਦੇ ਉੱਤੇ, ਜਿਵੇਂ ਭਾਈ ਸੱਤਾ ਜੀ, ਭਾਈ ਬਦਵਾਨ, ਜਿਹੜੇ ਸਿੱਖ ਆਊਟ ਸੰਗਤ ਸੀਗੇ, ਜਿਨ੍ਹਾਂ ਨੇ ਡਿਸਪਲਿਨ ਨੂੰ ਭੰਗ ਕੀਤਾ ਸੀਗਾ, ਤਾਂ ਇਸ ਚੀਜ਼ਾਂ ਨੂੰ ਜਿਹੜਾ ਸੀਗਾ ਗੁਰੂ ਜੀ ਨੇ ਜਿਹੜਾ ਸੀਗਾ ਉਹਨਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਉਹਨਾਂ ਨੂੰ ਕਿਹਾ ਵੀ ਜਿਹੜੇ ਇਸ ਚੀਜ਼ਾਂ ਨੂੰ, ਜਿਹੜੇ ਸੀਗੇ ਸੱਤਾ ਜੀ ਅਤੇ ਬਲਵੰਤ ਨਾਮ ਦੇ ਜਿਹੜੇ 2 ਬੰਦੇ ਸੀਗੇ, ਰਵਾਬੀ ਸੀਗੇ, ਉਹਨਾਂ ਨੇ ਅਨੁਸ਼ਾਸਨ ਭੰਗ ਕੀਤਾ ਸੀ, ਤਾਂ ਉਹਨਾਂ ਨੂੰ ਦਰਬਾਰ ਦੇ ਵਿੱਚੋਂ ਕੱਢ ਦਿੱਤਾ ਸੀ। ਤਾਂ ਕਈ ਸਿੱਖਾਂ ਨੇ ਉਹਨਾਂ ਨੂੰ ਮਾफ़ੀ ਦੇਣ ਦੇ ਲਈ ਕਿਹਾ ਅਤੇ ਗੁਰੂ ਜੀ ਨੂੰ ਬੇਨਤੀ ਵੀ ਕੀਤੀ ਸੀ, ਅਤੇ ਪਰ ਗੁਰੂ ਜੀ ਉਹਨਾਂ ਦੇ ਨਾ ਮੰਨੇ। ਪਰ ਬਾਅਦ ਦੇ ਵਿੱਚ ਜਿਹੜੇ ਭਾਈ ਲੱਦਾ ਜੀ ਸੀਗੇ, ਉਹਨਾਂ ਦੀ ਬੇਨਤੀ ਦੇ ਕਰਕੇ ਉਹਨਾਂ ਨੂੰ ਮਾफ़ ਕਰ ਦਿੱਤਾ ਗਿਆ, ਅਤੇ ਉਹਨਾਂ ਨੂੰ ਬਾਅਦ ਵਿੱਚ ਸਿੱਖ ਧਰਮ ਦੇ ਵਿੱਚ ਪਾ ਦਿੱਤਾ ਗਿਆ। ਇਹ ਤਾਂ ਕੀਤਾ ਗਿਆ ਤਾਂ ਜੋ ਕੀ ਆ ਵੀ ਸਿੱਖ ਧਰਮ ਨੂੰ ਕੋਈ ਵੀ ਜ਼ਿਆਦਾ ਹਾਨੀ ਨਾ ਹੋ ਸਕੇ ਅਤੇ ਉਹ ਪ੍ਰੋਪਰ ਵੱਧ ਸਕੇ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊ। ਜੇਕਰ ਸੈਸ਼ਨ ਪਸੰਦ ਆਇਆ ਤਾਂ ਲਾਈਕ ਕਰੋ, ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਦੇ ਨਾਲ ਜੁੜੋ। ਅਸੀਂ ਹੋਰ ਵੀ ਇੰਟਰਸਟਿੰਗ ਜਿਹੜੇ ਸੈਸ਼ਨ ਨੇ ਉਹ ਮੇਕ ਕਰਿਆ ਕਰੂੰਗਾ, ਅਤੇ ਤੁਹਾਡੇ ਲਈ ਹੋਰ ਵੀ ਨਵੀਆਂ ਚੀਜ਼ਾਂ ਜਿਹੜੀਆਂ ਨੇ ਐਡ ਆਨ ਕਰਿਆ ਕਰਾਂਗੇ। ਹਾਲੇ ਤੱਕ ਤਾਂ ਸਿਰਫ ਅਸੀਂ ਇੱਕ ਵੀਡੀਓ ਅਪਲੋਡ ਕਰ ਰਹੇ ਹਾਂ। ਹੁਣ ਆਫਟਰ 1 ਜਾਂ 2 ਡੇਜ਼ ਦੇ ਵਿੱਚ ਅਸੀਂ 2 3 4 ਵੀਡੀਓਜ਼ ਅਪਲੋਡ ਕਰਿਆ ਕਰਾਂਗੇ। ਸਾਰੇ ਸਬਜੈਕਟਸ ਦੀ ਸਟਾਰਟ ਕਰ ਦੇਣੀ ਹੈ, ਤਾਂ ਜੋ ਕੀ ਆ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਕੰਪਲੀਟ ਕੀਤਾ ਜਾ ਸਕੇ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ, ਐਂਡ ਸ਼ੇਅਰ ਦਿਸ ਸੈਸ਼ਨ ਵਿਦ ਆਲ ਅਦਰਸ। ਥੈਂਕਸ ਅ ਲੋਟ।